ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ 100 ਸਾਲ ਪੂਰੇ ਹੋ ਗਏ ਨੇ। ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਥਾਪਨਾ ਦਿਵਸ ਦੇ ਵਿਚਾਲੇ ਬਹੁਤ ਸਾਰੇ ਸਵਾਲ ਹੈ। ਇਸ ਮਾਨਮਤਾ ਇਤਿਹਾਸ ਦੇ ਵਿਚਾਲੇ ਬਹੁਤ ਸਾਰੇ ਜਵਾਬ ਵੀ ਮਿਲੇ ਹੈ, ਪਰ ਸਵਾਲ ਕਿਹੜੇ ਹੈ ਉਹਨਾਂ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ। 100 ਸਾਲ ਦੇ ਵਿੱਚ ਇਹ ਸਫ਼ਰ ਕਿੰਨਾ ਸ਼ਾਨਦਾਰ ਰਿਹਾ ਤੇ ਕਿੰਨਾ ਅਸਰਦਾਰ ਰਿਹਾ, ਇਹ ਸਾਰੇ ਸਵਾਲ ਹੋਣੇ ਲਾਜ਼ਮੀ ਹੈ ਤੇ ਅੱਜ ਉਹ ਸਾਰੇ ਸਵਾਲ ਪੁੱਛਾਂਗੇ। SGPC ਦੇ 100 ਸਾਲ ਹੁਣ ਤੱਕ ਹਾਸਲ SGPC ਦੇ 100 ਸਾਲ ਦੀ ਗੱਲ ਹੋ ਰਹੀ ਹੈ ਤੇ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਰਹਿਣਗੇ। ਅਸ਼ੋਕ ਸਿੰਘ ਬਾਗੜੀਆਂ, ਇਹਨਾਂ ਬਾਰੇ ਇੰਨਾ ਕੁ ਦੱਸਣਾ ਲਾਜ਼ਮੀ ਹੈ ਕਿ ਜਿੱਥੇ ਸਿੱਖ ਬੁੱਧੀਜੀਵੀ ਨੇ ਉੱਥੇ ਹੀ ਚੀਫ ਖਾਲਸਾ ਦੀਵਾਨ ਦੇ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਸੀਗੇ ਉਹ ਇਹਨਾਂ ਦੇ ਪਰਿਵਾਰ ਵਿੱਚੋਂ ਸੀ। 6ਵੇਂ ਗੁਰੂ ਸਾਹਿਬਾਨ ਦੇ ਇਹ ਪਰਿਵਾਰ ਵਿੱਚੋਂ ਨੇ, ਉਹਨਾਂ ਪੀੜ੍ਹੀਆਂ ਵਿੱਚੋਂ ਨੇ। ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਨਾਲ ਇਹਨਾਂ ਦਾ ਨਾਤਾ ਹੈ। ਗੁਰੂ ਗ੍ਰੰਥ ਸਾਹਿਬ ਸਟੱਡੀ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪ੍ਰੋਜੈਕਟ ਹੈ ਉਸ ਦੇ ਵਿੱਚ ਐਡਵਾਈਜ਼ਰ ਸਲਾਹਕਾਰ ਨੇ। 85 ਸਾਲ ਇਹਨਾਂ ਦੀ ਉਮਰ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਿੱਖ ਇਤਿਹਾਸ ਨੂੰ ਬਹੁਤ ਨੇੜਿਓਂ ਜਾਣਦੇ ਆ ਤੇ ਸਮਝਦੇ ਆ। ਤੇ ਜਿਹੜਾ ਇਹਨਾਂ ਦਾ ਪਿੰਡ ਹੈ ਬਾਗੜੀਆਂ, ਉਹ ਵੀ ਇਤਿਹਾਸਿਕ ਪਿੰਡ ਹੈ। ਅਸ਼ੋਕ ਸਿੰਘ ਬਾਗੜੀਆ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਗੜੀਆ ਸਾਹਿਬ, ਬਹੁਤ ਸਧਾਰਨ ਸਵਾਲ ਮੈਂ ਕਰੂੰਗਾ ਜਿਹੜੇ ਆਮ ਲੋਕ ਜਾਣਨਾ ਚਾਹੁੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਹੋਏ ਆ, ਤੁਹਾਨੂੰ ਇਹਦੀਆਂ ਵੱਡੀਆਂ ਪ੍ਰਾਪਤੀਆਂ ਕਿਹੜੀਆਂ ਲੱਗਦੀਆਂ? ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਇਹਦੀ ਹੈ ਉਹ ਇਹ ਹੈ ਕਿ ਉਸ ਵਕਤ ਸਿੱਖਾਂ ਨੇ ਆਪਣੀ ਜਾਨਾਂ ਵਾਰ ਕੇ ਗੁਰਦੁਆਰੇ ਜਿਹੜੇ ਡੇਰੇਦਾਰਾਂ ਕੋਲੋਂ ਇਹ ਸਾਧਾਂ ਸੰਤਾਂ ਨੇ ਕਬਜ਼ੇ ਕੀਤੇ ਹੋਏ ਸੀ ਉਹਨਾਂ ਕੋਲੋਂ ਛੁਡਾਏ, ਜਿਹਨੂੰ ਅਸੀਂ ਗੁਰਦੁਆਰਾ ਮੂਵਮੈਂਟ ਵੀ ਕਹਿੰਦੇ ਹਾਂ। ਔਰ ਉਹਨਾਂ ਦੇ ਵਿੱਚ ਕਿੰਨਾ ਜ਼ੁਲਮੋ ਸਿਤਮ ਸਹਿਆ, ਕਿੰਨੇ ਬੰਦੇ ਸਾਡੇ ਮਰੇ, ਇਹ ਇਤਿਹਾਸ ਜਾਣਦਾ ਹੈ। ਉਸ ਤੋਂ ਬਾਅਦ ਇੰਨਾ ਨੁਕਸਾਨ ਉਠਾਉਣ ਤੋਂ ਬਾਅਦ ਜਦੋਂ ਅੰਗਰੇਜ਼ ਨੇ ਇੱਕ ਕਿਸਮ ਪਹਿਲਾਂ ਉਹਨਾਂ ਦੀ ਸਪੋਰਟ ਕੀਤੀ ਡੇਰੇਦਾਰਾਂ ਦੀ, ਫਿਰ ਜਦੋਂ ਦੇਖਿਆ ਵੀ ਇਹ ਸਪੋਰਟ ਨਹੀਂ ਚੱਲਦੀ, ਫਿਰ ਉਹਨਾਂ ਨੇ ਹੌਲੀ ਹੌਲੀ ਕਰਕੇ ਇਹ ਜਿਹੜਾ ਸੀ ਉਹ ਇੱਕ ਕਿਸਮ ਦਾ ਸਾਡੀ ਜਿਹੜੀ ਸੀਗੀ ਮੁਹਿੰਮ ਉਹ ਕਾਮਯਾਬ ਹੋਈ। ਸਾਡੀਆਂ ਕੁਰਬਾਨੀਆਂ ਨੇ ਫੜ ਲਿਆਂਦਾ ਤਾਂ ਉਹਨਾਂ ਨੇ ਇੱਕ ਗਠਨ ਕੀਤਾ ਕਿ ਅੱਛਾ ਤੁਸੀਂ ਗੁਰਦੁਆਰੇ ਆਪ ਸਾਂਭੋ। ਜਿਸ ਵਕਤ ਗੁਰਦੁਆਰਿਆਂ ਦੀ ਚਾਬੀ ਉਹਨਾਂ ਨੇ ਪੰਥ ਨੂੰ ਸੌਂਪੀ ਤਾਂ ਉਸ ਵੇਲੇ ਕਹਿੰਦੇ ਨੇ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਇਹ ਬ੍ਰਿਟਿਸ਼ ਦੇ ਖਿਲਾਫ ਪਹਿਲੀ ਜੰਗ ਹੈ ਜਿਹੜੀ ਜਿੱਤੀ ਗਈ। ਅੱਜ ਅਗਰ ਦੇਖਿਆ ਜਾਏ ਤਾਂ ਇਹ ਅੰਗਰੇਜ਼ ਦੀ ਜਿੱਤ ਸੀ, ਅੰਗਰੇਜ਼ ਦੀ ਹਾਰ ਸੀ ਜਿਹੜੀ ਉਹਨਾਂ ਨੇ ਮਨਾਈ, ਜਾਂ ਕਿ ਅੰਗਰੇਜ਼ ਦੀ ਜਿਹੜੀ ਹਾਰ ਸੀ ਉਹਦੀ ਮੁਬਾਰਕਬਾਦ ਸਾਨੂੰ ਦਿੱਤੀ ਵੀ ਸਾਡੇ ਕੋਲ ਉਹ ਹਾਰਿਆ। ਅੱਜ ਇਹਨੂੰ ਉਹਦੀ ਸਾਡੀ ਜਿੱਤ ਨਹੀਂ, ਉਹਦੀ ਹਾਰ ਨੂੰ ਮਨਾਇਆ ਗਿਆ। ਇਹ ਹਾਲਾਤ ਦੇ ਮੁਤਾਬਕ ਇਸ ਤਰ੍ਹਾਂ ਬਦਲ ਜਾਂਦਾ। ਗੁਰਦੁਆਰਾ ਸੁਧਾਰ ਲਹਿਰ ਨੂੰ ਦੇਸ਼ ਦੀ ਆਜ਼ਾਦੀ ਨਾਲ ਜੋੜ ਕੇ ਉਹਨੂੰ ਆਜ਼ਾਦੀ ਨਾਲ ਜੋੜ ਕੇ ਮਹਾਤਮਾ ਗਾਂਧੀ ਨੇ ਕਿਹਾ ਕਿ ਸਿੱਖਾਂ ਦੀ ਕਾਮਯਾਬੀ ਹੈ। ਹੁਣ ਉਹ ਸਿੱਖਾਂ ਦੀ ਕਾਮਯਾਬੀ ਉਹਨਾਂ ਨੇ ਸੈਲੀਬ੍ਰੇਟ ਕੀਤੀ ਕਿ ਅੰਗਰੇਜ਼ ਦੀ ਡਿਫੀਟ ਸੈਲੀਬ੍ਰੇਟ ਕੀਤੀ। ਇਹ ਵੀ ਸਵਾਲ ਇੱਕ ਪੈਦਾ ਹੁੰਦਾ। ਤੁਹਾਡੇ ਮੁਤਾਬਕ ਕੀ ਹੋਇਆ? ਮੇਰੇ ਮੁਤਾਬਕ ਤਾਂ ਉਹਨਾਂ ਦੀ ਜਿਹੜੀ ਹਾਰ ਸੀ ਉਹਨੂੰ ਸੈਲੀਬ੍ਰੇਟ ਕੀਤਾ। ਨਹੀਂ ਤਾਂ ਸਾਡੇ ਨਾਲ ਉਸ ਤੋਂ ਬਾਅਦ ਜਿਹੜੇ ਗੁਰਦੁਆਰਿਆਂ ਨਾਲ ਸਾਡਾ ਜੋ ਹਾਲ ਹੋ ਰਿਹਾ ਹੈ ਉਹ ਉਸ ਤਰ੍ਹਾਂ ਨਾ ਹੁੰਦਾ ਜੋ ਉਸ ਤੋਂ ਬਾਅਦ ਹੋਇਆ ਪਾਰਟੀਸ਼ਨ ਤੋਂ ਬਾਅਦ। ਪਾਰਟੀਸ਼ਨ ਤੋਂ ਬਾਅਦ ਜਿਹੜੀ ਸਾਡੇ ਵਾਸਤੇ ਇੱਕ ਅਹਿਮ ਚੀਜ਼ ਹੈ ਜਿਹੜੀ ਇੰਡਾਇਰੈਕਟਲੀ ਇਹਦੇ ਨਾਲ ਕਨੈਕਟ ਹੋਏਗੀ, ਉਹ ਇਹ ਹੈ ਕਿ ਪਾਰਟੀਸ਼ਨ ਤੋਂ ਪਹਿਲਾਂ ਮਤਲਬ 47 ਤੋਂ ਪਹਿਲਾਂ ਅਸੀਂ ਤਿੰਨੋਂ ਕੌਮਾਂ ਹਿੰਦੂ ਮੁਸਲਿਮ ਸਿੱਖ ਅਤੇ ਮੁਸਲਿਮ ਸਾਰੇ ਤਿੰਨੋਂ ਹੀ ਇੱਕ ਕਿਸਮ ਦੇ ਹਮ ਗੁਲਾਮ ਸੀ ਜਿਹੜੇ ਆਜ਼ਾਦੀ ਲਈ ਲੜਨਾ ਚਾਹੁੰਦੇ ਸੀ। ਪਾਰਟੀਸ਼ਨ ਤੋਂ ਬਾਅਦ ਅਸੀਂ ਉੱਥੇ ਦੇ ਉੱਥੇ ਰਹਿ ਗਏ, ਦੂਜੇ ਦੋਨੇ ਹਾਕਮ ਬਣ ਗਏ। ਜਿਹੜੀ ਉਹ ਇਕੁਏਸ਼ਨ ਸੀ ਸਾਡੀ ਸਾਂਝੀ ਉਹ ਬਦਲ ਗਈ। ਇਹ ਜਿਹੜੀ ਚੀਜ਼ ਹੈ ਇਹ ਬਹੁਤ ਅਹਿਮ ਹੈ। ਇਹਦੇ ਨਾਲ ਵਿਚਾਰਧਾਰਾ ਜਿਹੜੀ ਹੈ ਸਾਡੀ, ਕਿਉਂਕਿ ਜਿਹੜੇ ਸਾਨੂੰ ਉਦੋਂ ਉਹਨਾਂ ਨੇ ਵਾਅਦੇ ਕੀਤੇ ਉਹ 11 ਮਈ 1949 ਨੂੰ ਉਹਨੂੰ ਨਿਗੇਟ ਕਰਤੇ। A place in the north where the Sikhs can feel a glow of independence
ਇਹ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਸਾਡੇ ਲੀਡਰਾਂ ਨੂੰ। 11 ਮਈ 1949, ਅਜੇ 2 ਸਾਲ ਨਹੀਂ ਸੀ ਹੋਏ ਜਦੋਂ ਇਹਨਾਂ ਨੇ ਨਗੇਟ ਕਰਤੀ ਜਿਹੜਾ ਹੁਣ ਤੁਸੀਂ ਪੰਜਾਬੀ ਸੂਬਾ ਮੰਗਦੇ ਹੋ। ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਇੱਕਦਮ ਬਦਲ ਗਈਆਂ। ਜਿੱਥੋਂ ਤੱਕ SGPC ਦਾ ਸਵਾਲ ਹੈ, ਇਹ ਅੰਗਰੇਜ਼ ਦੀ ਇੱਕ ਬੜੀ ਸੋਚੀ ਸਮਝੀ ਮੂਵ ਹੈ, ਚਾਲ ਹੈ। ਇਹਦੇ ਨਾਲ ਉਸਨੇ 2 ਚੀਜ਼ਾਂ ਕੀਤੀਆਂ। ਇੱਕ ਇਹ ਕਿ ਸਿੱਖਾਂ ਨੂੰ ਆਈਡੈਂਟੀਟੀ ਦਿੱਤੀ, ਸਿੱਖ ਇਹਨਾਂ ਨੂੰ ਸੈਪਰੇਟ ਹਿੰਦੂ ਔਰ ਮੁਸਲਮਾਨਾਂ ਤੋਂ ਅੱਡ ਇੱਕ ਜਗ੍ਹਾ ਬਣਾਤੀ। ਦੂਸਰਾ ਉਹਨੇ ਦੇਖਿਆ ਕਿ ਇਸ ਤੋਂ ਬਾਅਦ ਹੁਣ ਇਹ ਮੇਰੇ ਵੱਲ ਜਰਾ ਧਿਆਨ ਘੱਟ ਦੇਣਗੇ। ਮੈਨੂੰ ਪਿਤਾ ਜੀ ਨੇ ਦੱਸਿਆ ਕਿ ਜਿਸ ਅਸਿਸਟੈਂਟ ਨੇ, ਤੁਹਾਡੇ ਪਿਤਾ ਜੀ ਨੇ, ਮੇਰੇ ਪਿਤਾ ਜੀ ਨੇ, ਭਾਈ ਹਰਦਮਨ ਸਿੰਘ ਉਹਨਾਂ ਦਾ ਨਾਮ ਸੀ, ਕੇਂਦਰੀ ਸਿੰਘ ਸਭਾ ਜਿਹੜੀ ਨਵੀਂ ਬਣੀ ਤੇ ਉਸ ਦੇ ਉਹ ਸੀਗੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ 72 ਦੇ ਵਿੱਚ। ਅਤੇ ਉਹਨਾਂ ਨੇ ਦੱਸਿਆ ਕਿ ਜਿਸ ਅਸਿਸਟੈਂਟ ਨੇ ਇਹ ਖਰੜਾ ਤਿਆਰ ਕੀਤਾ ਉਹਨੇ ਨਾਲ ਇੱਕ ਸਲਿੱਪ ਲਗਾਤੀ ਕਿ ਇਸ ਤੋਂ ਬਾਅਦ ਸਿੱਖ ਸਰਕਾਰ ਨੂੰ ਕਦੇ ਤੰਗ ਨਹੀਂ ਕਰਨਗੇ, ਆਪਸ 'ਚ ਉਲਝੇ ਰਹਿਣਗੇ। ਇਹ ਜਿਹੜੀ ਚੀਜ਼ ਹੈ ਇਹ ਹੁਣ ਹੋ ਰਹੀ ਹੈ। ਦੂਸਰੀ ਚੀਜ਼ ਇਹ ਹੈ ਜਿਹੜਾ ਇਸ ਦੀ ਫਿਰ ਨੈਗੇਟਿਵ ਸਾਈਡ ਬਣ ਜਾਂਦੀ ਹੈ। ਉਸ ਵੇਲੇ ਇਹ ਪੋਜ਼ੀਟਿਵ ਸੀ, ਅਸੀਂ ਉਸ ਵੇਲੇ ਦੇ ਲੀਡਰਾਂ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਉਸ ਵੇਲੇ ਇਹੀ ਬਿਹਤਰ ਸੀ। ਇੱਕ ਚੀਜ਼ ਭਾਵੇਂ ਇਹਦੇ 'ਚ ਇਸ ਵੇਲੇ ਮੌਕਾ ਨਹੀਂ ਪਰ ਦੱਸ ਦਿੰਦਾ ਕਰ ਜੀ, ਮਾਸਟਰ ਤਾਰਾ ਸਿੰਘ ਜਦੋਂ ਗੁਜ਼ਰੇ ਨੇ ਉਹਨਾਂ ਦਾ ਬੈਂਕ ਬੈਲੈਂਸ 36 ਰੁਪਈਏ ਸੀ ਅਤੇ ਅੱਜ ਹੁਣ ਪਿਛਲੇ ਜੇ ਕਿਸੇ ਇਲੈਕਸ਼ਨ 'ਚ ਸਾਡੇ ਲੀਡਰ ਦਾ 36,000 ਕਰੋੜ ਦਾ ਸੀਗਾ ਜਿਹੜਾ ਗੱਲ ਹੋਈ ਉਦੋਂ। ਇਹ ਫਰਕ ਹੈ ਲੀਡਰਾਂ ਦਾ। ਉਹ ਲੀਡਰ ਕਮਿਟਡ ਥੇ, ਉਹਨਾਂ ਨੇ ਸਾਦਗੀ ਜਿਹੜੀ ਸੀ ਉਸ ਦਾ ਦੂਜਿਆਂ ਨੇ ਫਾਇਦਾ ਉਠਾਇਆ। ਖੈਰ ਉਹ ਬਾਅਦ ਦੀ ਗੱਲ ਹੈ। ਹੁਣ ਉਸ ਤੋਂ ਬਾਅਦ ਜਦੋਂ ਇਕੁਏਸ਼ਨ ਬਦਲ ਗਈ ਇਹਦੇ ਵਿੱਚ ਨਾਲ ਇੱਕ ਇੰਡਾਇਰੈਕਟਲੀ ਹੋਰ ਆ ਜਾਂਦਾ ਹੈ, ਉਹ ਹੈ ਸਹਿਜਧਾਰੀ। ਉਸ ਵੇਲੇ ਸਹਿਜਧਾਰੀ ਉਹ ਸੀਗਾ ਜਿਹੜਾ ਸਿੱਖੀ ਵੱਲ ਨੂੰ ਆ ਰਿਹਾ ਸੀ। ਹੁਣ ਸਹਿਜਧਾਰੀ ਉਹ ਹੈ ਜਿਹੜਾ ਸਿੱਖੀ ਵੱਲੋਂ ਜਾ ਰਿਹਾ ਹੈ। ਇਹ ਇੱਕ ਬੜੀ ਜ਼ਰੂਰੀ ਚੀਜ਼ ਹੈ ਤੁਹਾਡੀ। ਤੁਸੀਂ ਇੱਕ ਬੜਾ ਇੰਪੋਰਟੈਂਟ ਗੱਲ ਕੀਤੀ ਹੈ ਮਾਸਟਰ ਤਾਰਾ ਸਿੰਘ ਹਰਾਂ ਦੀ, ਜਿਹੜੇ 36 ਰੁਪਏ ਦਾ ਜ਼ਿਕਰ ਤੁਸੀਂ ਕਰ ਰਹੇ ਹੋ। ਉਹਨਾਂ ਦਾ ਪਰਿਵਾਰ ਵੀ ਹੁਣ ਇਹ ਗੱਲ ਦੱਸਦਾ ਪਿਆ ਕਿ ਮਾਸਟਰ ਤਾਰਾ ਸਿੰਘ ਜਿਹੜੀ ਆਪਦੀ ਕਮਾਈ ਸੀ ਸਾਰੀ ਖਰਚ ਦਿੰਦੇ ਸੀ। ਉਹਨਾਂ ਦਾ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਸੀ ਉਹਨੇ ਪੈਸੇ ਨਾਲ। ਇੱਕ ਇਲੈਕਸ਼ਨ ਲੜੇ, ਉਹਨਾਂ ਨੂੰ ਜਿੰਨੇ ਪੈਸੇ ਉਹਨਾਂ ਨੇ ਦਿੱਤੇ ਇਲੈਕਸ਼ਨ ਲੜਨ ਵਾਸਤੇ ਉਹਦੇ ਵਿੱਚੋਂ ਜਿਹੜੇ ਨਹੀਂ ਖਰਚ ਹੋਏ ਵਾਪਸ ਦੇਤੇ। ਇਹ ਹੁਣ ਮੇਰਾ ਸਵਾਲ ਹੈ ਅੱਜ ਦੇ ਸੰਦਰਭ ਵਿੱਚ, ਅਸੀਂ ਗੁਰਦੁਆਰਿਆਂ ਦੀ ਸੇਵਾ ਕਰ ਰਹੇ ਹਾਂ ਜਾਂ ਹਕੂਮਤ ਕਰ ਰਹੀ ਹੈ? ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਗੁਰਦੁਆਰੇ ਦੀ ਸੇਵਾ ਜਿਹੜੀ ਹੈ ਇਹ ਮੰਗੀ ਨਹੀਂ ਜਾਂਦੀ, ਅਰਪਣ ਹੁੰਦੀ ਹੈ। ਦੂਜੀ ਇਹ ਹੈ ਵੀ ਇਹ ਹੁਣ ਗੁਰਦੁਆਰੇ ਦੀ ਸੇਵਾ ਤਾਂ ਹੈ ਨਹੀਂ, ਹੁਣ ਤਾਂ ਇੱਕ ਇਹ ਜੰਪਿੰਗ ਗਰਾਊਂਡ ਹੈਗਾ ਅਸੈਂਬਲੀ ਵਾਸਤੇ। ਇੱਥੇ ਜਿਹੜਾ ਕੰਟਰੋਲ ਕਰੇਗਾ ਉਹ ਸਿੱਖਾਂ ਨੂੰ ਕੰਟਰੋਲ ਕਰੇਗਾ, ਸਿੱਖਾਂ ਦੇ ਗੁਰਦੁਆਰੇ ਕੰਟਰੋਲ ਕਰੇਗਾ ਔਰ ਜਿਸ ਦਿਨ ਵੋਟ ਪੈਗੀ ਉਹਨਾਂ ਗੁਰਦੁਆਰਿਆਂ ਦੇ ਰਾਹੀਂ ਇਹ ਕਰਨਗੇ। ਹੁਣ ਇਹ ਇੱਕ ਕਿਸਮ ਦਾ ਅਸੈਂਬਲੀ ਵਾਸਤੇ ਮੈਂ ਕਹਿੰਦਾ ਅਨਫੋਰਚੂਨੇਟਲੀ ਇੱਕ ਜੰਪਿੰਗ ਗਰਾਊਂਡ ਬਣ ਗਿਆ। ਤੁਹਾਨੂੰ ਲੱਗਦਾ ਕਿ ਧਰਮ ਦਾ ਰਸਤਾ ਰਾਜਨੀਤੀ ਲਈ ਜਾ ਰਿਹਾ? ਧਰਮ ਤਾਂ ਹੁਣ ਕਹਿਣਾ ਕੀ ਚਾਹੀਦਾ ਹੈ, ਧਰਮ ਸਾਡਾ ਹੀ ਹੈ, ਧਰਮ ਤੋਂ ਤਾਂ ਬਹੁਤ ਦੂਰ ਚਲੇ ਗਏ। ਇਹ ਜਿਹੜੀਆਂ ਚੀਜ਼ਾਂ ਨੇ ਇਹ ਹੁਣ ਦੂਜੀ ਗੱਲ ਇਹ ਹੈ ਕਿ ਤੁਸੀਂ ਤਾਂ ਸਾਰਿਆਂ ਨੂੰ ਦੇਖ ਕਰਦੇ ਹੋ ਕਿ ਜਿਹੜਾ ਸਿਆਣੇ ਬੰਦੇ ਨੇ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ, ਇਲੈਕਸ਼ਨ ਨਹੀਂ ਹੁੰਦੇ। ਇਲੈਕਸ਼ਨ ਦੇ ਵਿੱਚ ਤਾਂ ਹੁਣ ਦੇਖੋ ਕਿੰਨੇ ਬਦਮਾਸ਼ ਨੇ ਜਿਹੜੇ ਜੇਲ੍ਹਾਂ 'ਚ ਬੈਠੇ ਬਣ ਜਾਂਦੇ ਨੇ। ਤੁਸੀਂ ਇਸ ਇਲੈਕਸ਼ਨ ਪ੍ਰੋਸੈਸ ਨੂੰ ਇਲੈਕਸ਼ਨ ਪ੍ਰੋਸੈਸ ਨਹੀਂ ਹੋਣਾ ਚਾਹੀਦਾ, ਇਹਦੇ ਤਾਂ ਸਿਲੈਕਸ਼ਨ ਹੋਣੀ ਚਾਹੀਦੀ ਹੈ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਲਵਾਂ ਬਾਗੜੀ ਸਾਹਿਬ, ਵਾਪਸ ਆਉਂਗਾ ਤੁਹਾਡੇ ਕੋਲ। ਅਸ਼ੋਕ ਸਿੰਘ ਬਾਗੜੀਆ ਜੀ ਸਾਨੂੰ ਬੜੀਆਂ ਮਹੱਤਵਪੂਰਨ ਗੱਲਾਂ ਦੱਸ ਰਹੇ ਆ, ਮਹੱਤਵਪੂਰਨ ਜਾਣਕਾਰੀ ਦੇ ਰਿਹਾ ਹੈ। ਵਾਪਸ ਆ ਕੇ ਇਹਨਾਂ ਤੋਂ ਹੋਰ ਸਵਾਲ ਹੋਣਗੇ ਜ਼ਰੂਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਮਾਨਮੱਤਾ ਹੈ, ਬਹੁਤ ਸਾਰੇ ਮੋਰਚੇ ਲੱਗੇ, ਬਹੁਤ ਸਾਰੀਆਂ ਜਿਹੜੀਆਂ ਲਹਿਰਾਂ ਉਹ ਸ਼ੁਰੂ ਹੋਈਆਂ ਅਤੇ ਹੁਣ ਉਹ ਲਹਿਰਾਂ ਕਿੱਥੇ ਖੜੀਆਂ ਹੋਈਆਂ। ਬਹੁਤ ਸਾਰੇ ਸਵਾਲ ਹੈ, ਉਹਨਾਂ ਸਵਾਲਾਂ ਦੇ ਜਵਾਬ ਅਸੀਂ ਅੱਜ ਮੰਗਦੇ ਪਏ ਹਾਂ। ਵਾਪਸ ਆ ਕੇ ਫਿਰ ਪੁੱਛਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆ। SGPC ਦੇ 100 ਸਾਲ ਅਸੀਂ ਇਸ ਦਾ ਜ਼ਿਕਰ ਕਰ ਰਹੇ ਹਾਂ ਅਤੇ ਭਾਈ ਅਸ਼ੋਕ ਸਿੰਘ ਬਾਗੜੀਆ ਸਾਡੇ ਨਾਲ ਮੌਜੂਦ ਹੈਗੇ। ਬਾਗੜੀਆ ਸਾਹਿਬ, ਉਦੋਂ ਹਰਿਮੰਦਰ ਸਾਹਿਬ ਦਾ ਮੋਰਚਾ, ਸਿਆਲਕੋਟ ਦਾ ਮੋਰਚਾ, ਨਨਕਾਣੇ ਦਾ, ਗੁਰੂ ਕਾ ਬਾਗ, ਜੈਤੋ ਦਾ ਮੋਰਚਾ, ਬਹੁਤ ਸਾਰੇ ਮੋਰਚੇ ਲੱਗੇ। ਤੁਸੀਂ ਜਿਹੜੀ ਗੱਲ ਅੰਗਰੇਜ਼ਾਂ ਦੀ ਗੱਲ ਕੀਤੀ ਸੀਗੀ, ਬ੍ਰਿਟਿਸ਼ਰ ਆ ਜਿਹੜੇ, ਉਹਨਾਂ ਨੇ ਪਹਿਚਾਣ ਦਿਵਾਈ ਹੈ ਸਿੱਖ ਕੌਮ। ਇਹ ਗੱਲ ਤੁਸੀਂ ਬਹੁਤ ਸੋਚ ਸਮਝ ਕੇ ਕਹਿ ਰਹੇ ਹੋ ਵੀ ਮੈਨੂੰ ਐਂ ਲੱਗਦਾ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅੰਗਰੇਜ਼ਾਂ ਨੇ ਤਾਂ ਪਛਾਣ ਦਵਾਤੀ, ਅੱਜ ਦੀਆਂ ਹਕੂਮਤਾਂ ਨਹੀਂ ਦਵਾ ਰਹੀਆਂ। ਉਹਨਾਂ ਦਾ ਆਬਜੈਕਟਿਵ ਹੀ ਅੱਡ ਹੈ। ਤੁਸੀਂ ਸਿੱਖ ਧਰਮ ਨੂੰ
ਜੇ ਦੂਸਰੇ ਧਰਮ ਦੀ ਇੱਕ ਸ਼ਾਖ ਬਣਾ ਕੇ ਜਾਂ ਉਹਦੀ ਡਿਵੈਲਪਮੈਂਟ ਬਣਾ ਕੇ ਪ੍ਰੋਜੈਕਟ ਕਰੋਗੇ। ਹੁਣ ਜੋ ਜਿਸ ਵੇਲੇ ਜ਼ਿਆਦਾਤਰ ਨੇ ਉਹ ਸਾਨੂੰ ਹਿੰਦੂ ਧਰਮ ਦੇ ਵਿੱਚੋਂ ਨਿਕਲਿਆ ਧਰਮ ਕਹਿੰਦੇ ਨੇ। ਲੈਟ ਮੀ ਬੀ ਫਰੈਂਕ, ਹਿੰਦੂ ਧਰਮ ਦੀ ਇੱਕ ਸ਼ਾਖ ਜਿਹਨੂੰ ਸੁਧਰੀ ਹੋਈ ਸ਼ਾਖ ਕਹਿੰਦੇ ਹਾਂ, ਅਤੇ ਉਹ ਅਸੀਂ ਕਿਵੇਂ ਹੋ ਸਕਦੇ ਹਾਂ? ਬੇਸਿਕ ਪੁਆਇੰਟ ਕੀ ਨੇ? ਅਕਾਲ ਪੁਰਖ ਦਾ ਇੱਕ ਹੋਣਾ। ਹਿੰਦੂ ਧਰਮ ਬਹੁਦੇਵ ਹੈ, ਅਸੀਂ ਇੱਕ ਨੂੰ ਮੰਨਦੇ ਹਾਂ। ਉਹ ਅਵਤਾਰ ਨਹੀਂ ਧਾਰਦਾ, ਜੋਨ ਨਹੀਂ ਲੈਂਦਾ। ਇਹਨਾਂ ਦੇ ਅਵਤਾਰ ਪਤਾ ਨਹੀਂ ਕਿੰਨੇ ਨੇ ਹਿੰਦੂ ਧਰਮ ਦੇ ਵਿੱਚ। ਮੈਂ ਉਹਨਾਂ ਨੂੰ ਬੁਰਾ ਨਹੀਂ ਕਹਿੰਦਾ, ਉਹਨਾਂ ਦੀ ਆਪਣੀ ਜੋ ਹੈ ਸਮਝ ਹੈ ਉਹਨਾਂ ਦੀ ਹੈ, ਮੈਂ ਉਹਦਾ ਸਤਿਕਾਰ ਕਰਦਾ। ਅਤੇ ਦੂਜਾ ਇਹ ਕਿ ਅਸੀਂ ਬੁੱਤ ਪੂਜਾ ਨਹੀਂ ਕਰਦੇ। ਹੁਣ ਇਹ ਤਿੰਨੇ ਚੀਜ਼ਾਂ ਹਿੰਦੂ ਧਰਮ ਦੇ ਤੋਂ ਬਾਹਰ ਨੇ। ਬਾਗੜੀ ਸਾਹਿਬ, ਮੇਰਾ ਸਵਾਲ ਇਸ ਕਰਕੇ ਸੀਗਾ ਕਿ ਉਹ 100 ਸਾਲ ਬਾਅਦ ਵੀ ਅਸੀਂ ਇਸ ਸਵਾਲ ਤੇ ਹੀ ਬਹਿਸ ਕਰਦੇ ਪਏ ਹਾਂ। ਕਿਉਂਕਿ ਉਹਨਾਂ ਨੇ ਨਾ 100 ਸਾਲ ਨਹੀਂ, ਇਹ ਸਵਾਲ ਦਬ ਗਿਆ। ਸਵਾਲ ਤਾਂ ਇਹਨਾਂ ਨੇ ਉਠਾ ਦਿੱਤਾ 1874 'ਚ ਸਤਿਆਰਥ ਪ੍ਰਕਾਸ਼ਿਤ, ਜਿੱਥੋਂ ਜਦੋਂ ਗੁਰੂ ਨਾਨਕ ਦੇ ਖਿਲਾਫ ਲਿਖਿਆ। ਨਹੀਂ, ਬਿਲਕੁਲ ਠੀਕ ਹੈ, ਮੈਂ ਤੁਹਾਡੀ ਗੱਲ ਮੰਨ ਗਿਆ, ਪਰ ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਨਾ ਤੋਂ ਬਾਅਦ ਦੀ ਗੱਲ ਕਰਦਾ। ਅੱਜ ਤੱਕ ਇਹ ਸਵਾਲ ਕਾਇਮ ਹੈ। ਉਹਦੀ ਵਜ੍ਹਾ ਇਹ ਹੈ ਵੀ ਕੋਈ ਹਿੰਮਤ ਨਹੀਂ ਕਰਦਾ ਬੋਲਣ ਦੀ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਨੂੰ ਕਹਿ ਕੇ ਪਾਉਣੀਆਂ ਚਾਹੀਦੀਆਂ। ਠੀਕ ਹੈ, ਤੁਸੀਂ ਆਓ, ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਆਪੋ ਆਪਣੇ ਧਰਮ ਦੇ ਵਾਸਤੇ ਆਓ। ਹੁਣ ਅੱਜ ਜੇ ਮੈਨੂੰ ਕੋਈ ਕਹੇ ਤੂੰ ਮੰਦਿਰ ਜਾਂ ਮਸਜਿਦ ਜਾ, ਮੇਰੇ ਆਪਣੇ ਬੰਦੇ ਹੀ ਮਾਰ ਦੇਣਗੇ। ਮੈਂ ਆਪਣੇ ਦਾਦੇ ਨਾਲ ਜੇ ਮੰਦਿਰ ਜਾਂਦਾ ਰਿਹਾ ਸ਼ਿਮਲੇ, ਜਦੋਂ ਤੁਹਾਡੇ ਦੁਰਗਾ ਪੂਜਾ ਹੁੰਦੀ ਸੀ, ਬੰਗਾਲੀ ਉੱਥੇ ਮਨਾਉਂਦੇ ਸੀ, ਮੈਂ ਉਹਨਾਂ ਨਾਲ ਕਈ ਵਾਰੀ ਗਿਆ। ਅਤੇ ਜੇ ਹੁਣ ਅੱਜ ਜਾਵਾਂ ਤਾਂ ਲੋਕ ਮੈਨੂੰ ਕੀ ਕਹਿਣਗੇ? ਇਹ ਇੰਨੀ ਕੱਟੜਤਾ ਕਿਉਂ ਆ ਗਈ? ਇਹ ਕੱਟੜਤਾ ਇਸ ਕਰਕੇ ਆ ਗਈ ਵੀ ਅਸੀਂ ਧਰਮ ਨੂੰ ਗਲਤ ਤਰੀਕੇ ਵਾਸਤੇ ਵਰਤਦੇ। ਇਹ ਜਿਹੜੀ ਚੀਜ਼ ਹੈ, ਇਹ ਧਰਮ ਜਿਹੜੀ ਚੀਜ਼ ਹੈ, ਇਹਨੂੰ ਮੈਂ ਤਾਂ ਇਹਨਾਂ ਕਹਿੰਦਾ ਨੇ ਇਹ ਹੈਗੀ ਅੰਦਰੂਨੀ ਚੀਜ਼। ਜਦੋਂ ਇਹ ਅੰਦਰੋਂ ਬਾਹਰ ਆ ਜਾਏ ਫਿਰ ਇਹ ਕੱਟੜਤਾ ਬਣ ਜਾਂਦੀ। ਔਰ ਕਿਸੇ ਵੀ ਧਰਮ ਦਾ ਜਿਹੜਾ ਸਭ ਤੋਂ ਵੱਡਾ ਵੈਰੀ ਹੈ ਉਹ ਕੱਟੜਤਾ ਹੈ। ਨਹੀਂ, ਮੰਦਿਰ ਜਾਣਾ, ਮਸਜਿਦ ਜਾਣਾ, ਕਿਤੇ ਵੀ ਨਹੀਂ ਲਿਖਿਆ ਹੋਇਆ ਤੁਸੀਂ ਜਾ ਸਕਦੇ ਹੋ। ਹਾਂ, ਜਾਓ, ਲੇਕਿਨ ਦੂਜੇ ਤੁਹਾਡੇ ਆਪਣੇ ਹੀ ਨਹੀਂ ਦਿਖਦੇ। ਨਹੀਂ, ਤੁਸੀਂ ਇਹਦੇ 'ਚ ਐਸਜੀਪੀਸੀ ਨਾਕਾਮੀ ਮੰਨਦੇ ਹੋ? ਕਿਵੇਂ? ਵੀ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਆਪ ਦੇ ਨਹੀਂ ਟਿਕਣ ਦਿੰਦੇ, ਤੁਹਾਨੂੰ ਜਾਣ ਨਹੀਂ ਦਿੰਦੇ, ਇਹ ਕੱਟੜਤਾ ਐਸਜੀਪੀਸੀ ਵੱਲੋਂ? ਮੈਂ ਨਹੀਂ, ਐਸਜੀਪੀਸੀ ਤਾਂ ਕੁਝ ਕਰਦੀ ਨਹੀਂ। ਐਸਜੀਪੀਸੀ ਕਰਦੀ ਕੀ ਹੈ? ਐਸਜੀਪੀਸੀ ਨੇ ਇੱਕ ਕਿਤਾਬ ਹਿਸਟਰੀ ਦੀ ਆਈ ਹੈ, ਅੱਜ ਕਿੰਨੇ ਸਾਲ ਹੋ ਗਏ ਲੋਕਾਂ ਨੂੰ ਮੰਗਦੇ ਕਰਦੇ ਵੀ ਦੱਸੋ ਇਹਦਾ ਪਬਲਿਸ਼ਰ ਕੌਣ ਹੈ, ਇਹਦਾ ਰਾਈਟਰ ਕੌਣ ਹੈ, ਤੁਸੀਂ ਦੱਸੋ। ਲਿਆ ਉਹਨਾਂ ਨੂੰ ਸਾਡੇ ਕੋਲ ਪਤਾ ਕਰ ਦਿਓ ਐਸਜੀਪੀਸੀ ਤੋਂ। ਬਾਗੜੀ ਸਾਹਿਬ, ਐਸਜੀਪੀਸੀ ਦਾ 100 ਸਾਲ ਦਾ ਇਤਿਹਾਸ ਹੈ। ਤੁਸੀਂ ਕਿੰਨੇ ਸਾਲ ਮੰਨਦੇ ਹੋ ਕਿ ਐਸਜੀਪੀਸੀ ਨੇ ਚੰਗਾ ਕੰਮ ਕੀਤਾ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਕੰਮਕਾਰ ਦੇ ਵਿੱਚ ਇਹ ਸਾਰਾ? ਮੇਰਾ ਤਾਂ ਆਪਣਾ ਖਿਆਲ ਹੈ ਵੀ ਜਦੋਂ ਤੋਂ ਪਾਰਟੀਸ਼ਨ ਤੋਂ ਬਾਅਦ ਤਾਂ ਕੁਛ ਦੇਰ ਜਿਹੜਾ ਸੀ ਉਹ ਸਾਡਾ ਜਿਹਨੂੰ ਕਹਿੰਦੇ ਬਿਲਕੁਲ ਹੀ ਥਲ ਹੋਇਆ ਸੀ। ਸਭ ਤੋਂ ਵੱਡੀ ਮਾਰ ਤਾਂ ਸਾਨੂੰ ਹੀ ਪਈ ਹੈ ਸਿੱਖਾਂ ਨੂੰ ਪਾਰਟੀਸ਼ਨ ਦੀ। ਪਾਰਟੀਸ਼ਨ ਕੀ, ਆਜ਼ਾਦੀ ਦੀ ਮੁੱਲ ਤਾਂ ਅਸੀਂ ਚੁਕਾਇਆ। ਅਤੇ ਉਹ ਕੁਛ ਪੀਰੀਅਡ ਤੋਂ ਬਾਅਦ ਜਦੋਂ ਜਿਹੜਾ ਗਿਆਨੀ ਕਰਤਾਰ ਸਿੰਘ ਔਰ ਮਾਸਟਰ ਤਾਰਾ ਸਿੰਘ, ਇਹਨਾਂ ਦਾ ਪ੍ਰਭਾਵ ਜਦੋਂ ਹਟ ਗਿਆ ਔਰ ਉਹਦੇ ਵਿੱਚ ਫਿਰ ਇਹ ਸਾਧ ਸੰਤ ਆ ਵੜੇ। ਹੁਣ ਜਿਹੜੇ ਸਾਧਾਂ ਨੂੰ ਲਿਆਂਦਾ ਉਹ ਅਕਾਲੀ ਤਖਤ ਨੂੰ ਵੀਕ ਕਰਨ ਵਾਸਤੇ ਉਹਨਾਂ ਨੇ ਇੰਟਰੋਡਿਊਸ ਕੀਤਾ। ਜਿਹੜੇ ਸੰਤ ਫਤਿਹ ਸਿੰਘ ਅਤੇ ਸੰਤ ਦੂਜੇ ਆਏ, ਇਹ ਇੱਕ ਪੋਲੀਟੀਕਲ ਚਾਲ ਸੀ ਜਿਹੜੀ ਸਾਡੇ ਹੀ ਲੀਡਰ ਜਿਨ੍ਹਾਂ ਨੇ ਇਹ ਪਲੇ ਕੀਤੀ, ਉਹਦੇ ਨਾਲ ਇਹਦਾ ਹੌਲੀ 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 ਡਿਕਲਾਈਨ ਸ਼ੁਰੂ ਹੋ ਗਿਆ। ਇੱਕ ਮਿਸਾਲ ਮੈਂ ਤੁਹਾਨੂੰ ਦੱਸ ਸਕਦਾ, 77-78 ਦੀ ਜਦੋਂ ਇਲੈਕਸ਼ਨ ਹੋਈ ਸੂਬਾ ਬਣਨ ਤੋਂ ਬਾਅਦ, ਅਤੇ ਮੈਂ ਉਸ ਤੋਂ ਪਹਿਲਾਂ ਕਾਲਜ ਤੋਂ ਜਾ ਕੇ ਮੈਂ ਆਪਣੇ ਛੋਟੀ ਮੋਟੀ ਕਰਦਾ ਸੀ, ਅਤੇ ਮੈਂ ਵੀ ਟਿਕਟ ਲੈਣ ਚਲਿਆ ਗਿਆ। ਉੱਥੇ ਮੈਂ ਬਾਹਰ ਨਿਕਲਿਆ ਅਤੇ ਮੈਂ ਆ ਰਿਹਾ ਸੀ, ਅੱਗੋਂ ਮੈਨੂੰ ਮਿਲੇ ਜਿਹੜੇ ਸਾਡੇ ਸਭ ਤੋਂ ਸਤਿਕਾਰਯੋਗ ਪੋਲੀਟੀਸ਼ੀਅਨ ਸੀਗੇ ਆਪਣੇ ਸਤਪਾਲ ਡਾਂਗ, ਕਮਿਊਨਿਸਟਾਂ ਦੇ। ਮੈਂ ਉਹਨਾਂ ਨੂੰ ਬਹੁਤ ਸਤਿਕਾਰ ਕਰਦਾ, ਬਹੁਤ ਵਧੀਆ ਆਦਮੀ ਸੀ। ਮੈਨੂੰ ਕਹਿੰਦੇ, ਕਾਕਾ ਮੂੰਹ ਸੁੱਟੀ ਆਉਣਾ। ਮੈਂ ਅਜੇ ਜਵਾਬ ਨਹੀਂ ਸੀ ਦਿੱਤਾ। ਮੈਨੂੰ ਕਹਿੰਦਾ ਟਿਕਟ ਨਹੀਂ ਮਿਲੀ ਹੋਣੀ। ਮੈਂ ਕਿਹਾ ਹਾਂ ਪ੍ਰਧਾਨ ਜੀ। ਕਹਿੰਦੇ ਪਤਾ ਲੱਗ ਗਿਆ ਹੋਣਾ ਤੂੰ BA ਪਾਸ ਹੈ। ਲਓ, ਇਹ ਇੰਪਰੈਸ਼ਨ ਮੈਨੂੰ ਇੱਕ ਐਡਾ ਵੱਡਾ ਲੀਡਰ ਜਿਹੜਾ ਉਹਨੇ ਮੈਨੂੰ ਕਿਹਾ, ਇਹ ਇੱਕ ਕਿਸਮ ਦੀ ਐਸਪਰਸ਼ਨ ਸੀ ਉਸ ਵੇਲੇ ਅਕਾਲੀ ਦਲ ਦੇ ਉੱਪਰ ਕਿ ਪੜ੍ਹੇ ਲਿਖੇ ਨੂੰ ਨੇੜੇ ਨਹੀਂ ਲੱਗਣ ਦੇਣਾ। ਇਹ ਮੈਨੂੰ ਸਤਪਾਲ ਡਾਂਗ ਨੇ ਮੇਰੇ ਨਾਲ ਸਵਾਲ। ਹੁਣ ਹੈ? ਹੁਣ ਹੈ ਇੱਦਾਂ?
ਹੁਣ ਤਾਂ ਕੋਈ ਹੀ ਨਹੀਂ ਜਿਵੇਂ ਹੁਣ ਤੁਸੀਂ ਇਹਨਾਂ ਨੈਗੇਟਿਵ ਕਿਉਂ ਦੇਖਦੇ ਪਏ ਐਸਜੀਪੀਸੀ ਨੂੰ? ਐਸਜੀਪੀਸੀ ਨੇ ਕੁਝ ਵੀ ਨਹੀਂ ਕੀਤਾ 100 ਸਾਲਾਂ 'ਚ। ਉਹਨਾਂ ਨੂੰ ਕੰਮ ਹੀ ਨਹੀਂ ਇਸ ਵੇਲੇ। ਉਹਨਾਂ ਨੂੰ ਕੰਮ ਕੀ ਕਰਦੇ, ਉਹ ਤਾਂ ਤਿਆਰ ਕਰਦੇ ਨੇ ਵੀ ਕਿਸ ਤਰੀਕੇ ਨਾਲ ਅਸੀਂ ਥਾਂ ਥਾਂ 'ਤੇ ਜਾ ਕੇ ਪ੍ਰਚਾਰ ਕਰੀਏ ਅਤੇ ਜਦੋਂ ਕੋਈ ਇਲੈਕਸ਼ਨ ਹੋਵੇ ਅਤੇ ਉੱਥੇ ਜਿਹੜੇ ਤੁਹਾਡੇ MLA ਨੇ ਉਹਨਾਂ ਨੂੰ ਤਿਆਰ ਕੀਤਾ ਜਾਏ। ਇਸ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ? ਕਿਵੇਂ ਕਿ ਦੱਸੋ, ਕੋਈ ਕਿਤਾਬ ਨਹੀਂ ਛਾਪੀ। ਮਤਲਬ ਆ ਜਿਹੜੀ ਕਿਤਾਬ ਤੁਹਾਨੂੰ ਦੱਸਿਆ ਇੱਕ ਉਹਨਾਂ ਨੇ ਛਾਪੀ ਹੈ, ਉਹਦਾ ਨਾ ਸਾਨੂੰ ਪ੍ਰਿੰਟਰ ਪਤਾ ਹੈ, ਨਾ ਸਾਨੂੰ ਪਬਲਿਸ਼ਰ ਪਤਾ ਹੈ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਓਨੀ ਦੇਰ ਨਹੀਂ ਹਟ ਸਕਦੀਆਂ ਜਿੰਨੀ ਦੇਰ ਸਿਆਸਤ ਔਰ ਪੋਲੀਟਿਕਸ ਨੂੰ ਅੱਡ ਨਹੀਂ, ਧਰਮ ਨੂੰ ਅੱਡ ਨਹੀਂ ਕੀਤਾ ਜਾ ਸਕਦਾ। ਅੱਡ ਕਿਵੇਂ ਕੀਤਾ ਜਾ ਸਕਦਾ? ਉਹ ਤਾਂ ਕਹਿੰਦੇ ਅੱਡ ਹੋ ਹੀ ਨਹੀਂ ਸਕਦਾ। ਕਿਵੇਂ ਨਹੀਂ ਹੋ ਸਕਦਾ? ਉਹ ਤਾਂ ਕਹਿੰਦੇ ਸਾਨੂੰ ਗੁਰੂ ਸਾਹਿਬਾਨਾਂ ਨੇ ਇਹ ਸਭ ਕੁਝ ਦਿੱਤਾ। ਗੁਰੂ ਸਾਹਿਬ ਉਹ ਤਾਂ ਉਸ ਤਰੀਕੇ ਨਾਲ ਉਹਨੂੰ ਡਿਫਾਈਨ ਕਰਦੇ ਆ। ਗੁਰੂ ਸਾਹਿਬ ਨੇ ਡਿਫਾਈਨ ਕੀਤਾ ਹੈ। ਫਿਰ ਤੁਸੀਂ ਬਰੀਕ ਚੀਜ਼ ਦੇਖ ਲਓ, ਹਰਿਮੰਦਰ ਸਾਹਿਬ ਜਾਓ, ਜਿਸ ਵੇਲੇ ਤੁਸੀਂ ਉੱਥੇ ਮੱਥਾ ਟੇਕਦੇ ਹੋ ਉਸ ਵੇਲੇ ਸਿਆਸਤ ਵੱਲ ਪਿੱਠ ਹੁੰਦੀ ਅਕਾਲ ਤਖਤ ਵੱਲ। ਹਰਿਮੰਦਰ ਸਾਹਿਬ ਦੇ ਅੰਦਰੋਂ ਅਕਾਲ ਤਖਤ ਨਜ਼ਰ ਨਹੀਂ ਆਉਂਦਾ, ਲੇਕਿਨ ਜਦੋਂ ਅਕਾਲ ਤਖਤ ਜਾਓ ਹਰਿਮੰਦਰ ਸਾਹਿਬ ਸਾਹਮਣੇ ਅਰਦਾਸ ਹਰਿਮੰਦਰ ਸਾਹਿਬ ਨੂੰ ਹੁੰਦੀ ਹੈ। ਉਹਦਾ ਭਾਵ ਹੈ ਕਿ ਜਿਹੜਾ ਲੀਡਰ ਹੈ ਉਹ ਧਰਮੀ ਹੋਣਾ ਚਾਹੀਦਾ ਹੈ, ਪਾਰਟੀ ਦਾ ਧਰਮ ਨਹੀਂ ਹੋਣਾ ਚਾਹੀਦਾ। ਤੇ ਮੈਂ ਤੁਹਾਨੂੰ ਸਵਾਲ ਐਸਜੀਪੀਸੀ ਦੇ ਕਰਦਾ, ਤੁਹਾਡੇ ਜਿਹੜੇ ਜਵਾਬ ਹੈ ਬਾਗੜੇ ਸਾਹਿਬ, ਮੈਨੂੰ ਐਂ ਲੱਗਦਾ ਅਕਾਲੀ ਦਲ ਵੱਲ ਜਾ ਰਹੇ ਆ, ਸ਼੍ਰੋਮਣੀ ਅਕਾਲੀ ਦਲ ਵੱਲ। ਉਹ ਕੰਟਰੋਲ ਕਰਦੇ ਨੇ, ਦੂਜੇ ਨੂੰ ਤਾਂ ਨੇੜੇ ਹੀ ਨਹੀਂ ਲੱਗਣ ਦਿੰਦੇ। ਇਲੈਕਸ਼ਨ ਜਦੋਂ ਆ ਗਈ ਤੁਸੀਂ ਉਹ ਤਾਂ ਕਾਂਗਰਸ ਕਰਕੇ ਜੀ ਸਾਡਾ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਕਾਂਗਰਸ ਦੇ ਵਿੱਚ ਵੀ ਤਾਂ ਸਿੱਖ ਹੈਗੇ। ਇੱਕ ਐਸਾ ਵੀ ਇਹਨਾਂ ਦੇ ਪ੍ਰਚਾਰਕ ਸੀਗੇ SGPC ਦੇ, ਜਿਹੜੀ ਇਹਨਾਂ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੀ, ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ 32-33 ਸਰਦੂਲ ਸਿੰਘ ਕਵੀਸ਼ਰ, ਉਹ ਕਾਂਗਰਸ ਤੁਹਾਡੇ ਸੀਗੇ ਇੱਧਰੋਂ। ਸੋ ਉਹ ਜਿਹੜੀਆਂ ਚੀਜ਼ਾਂ ਨੇ ਨਾ, ਔਰ ਜਦੋਂ ਸੈਂਟਰ ਚਲੇ ਗਏ ਇੱਧਰੋਂ ਛੱਡ ਗਏ, ਕਹਿੰਦੇ ਇਹ ਮੇਰਾ ਧਰਮ ਦਾ ਕੰਮ ਜਿਹੜਾ ਸੀਗਾ ਇਹ ਮੇਰੀ ਕਮਿਊਨਿਟੀ ਦਾ ਸੀ, ਜਿਹੜਾ ਇਹ ਕੰਮ ਹੈ ਇਹ ਪੰਥ ਉੱਥੋਂ ਦਾ ਕੰਮ ਹੈ ਨੇਸ਼ਨ ਦਾ। ਇਹ ਸਾਨੂੰ ਥੋੜ੍ਹਾ ਜਿਹਾ ਫਰਕ ਅੱਡ ਰੱਖਣਾ ਪਏਗਾ। ਗੁਰੂ ਮਹਾਰਾਜ ਨੇ ਵੀ ਅੱਡ ਰੱਖਿਆ, ਕੋਈ ਉਹਨਾਂ ਨੇ ਇਹ ਨਹੀਂ ਕੀਤਾ ਵੀ ਇਸ ਤਰੀਕੇ ਨਾਲ ਰਲਗੱਡ ਕੀਤਾ ਹੋਵੇ। ਹੁਣ ਜੇ ਪੈਂਦੇ ਖਾਂ ਨੂੰ ਗੁਰੂ ਅਰਜਨ ਦੇਵ ਜਦੋਂ ਹਰਗੋਬਿੰਦ ਨੇ ਜਦੋਂ ਮਾਰਿਆ, ਉਹਨੂੰ ਉਹ ਕਿਹਾ ਕਿ ਪੈਂਦੇ ਤੇਰਾ ਵਕਤ ਸਮਾਂ ਆ ਗਿਆ, ਤੂੰ ਕਲਮਾ ਪੜ੍ਹ। ਉਹਨੂੰ ਇਹ ਨਹੀਂ ਕਿਹਾ ਤੂੰ ਵਾਹਿਗੁਰੂ ਜੀ ਕੀ ਫਤਿਹ ਬੁਲਾ। ਉਹਦੇ ਧਰਮ ਦਾ ਰਿਸਪੈਕਟ ਕੀਤੀ ਉਹਨੂੰ। ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਕਹਿ ਦਿੰਦੇ ਹਾਂ ਵੀ ਅੱਡ ਹੈ ਵੀ, ਅਤੇ ਉਹਨੂੰ ਤਰੀਕੇ ਨਾਲ ਅੱਡ ਵਰਤਣਾ ਵੀ ਅੱਡ ਹੈ। ਤਲਵਾਰਾਂ ਦੋ ਨੇ, ਇੱਕ ਨਹੀਂ ਹੈ। ਇਹ ਜਿਹੜੀਆਂ ਇਹਨੂੰ ਕਿਰਪਾਨਾਂ ਕਿਹਾ ਜਾਵੇ, ਤਲਵਾਰਾਂ ਕਿਹਾ ਜਾਵੇ, ਉਹ ਇੱਕੋ ਹੀ ਕਹਿ ਲਓ, ਤਲਵਾਰ ਕਹਿ ਲਓ, ਕਿਰਪਾਨ ਕਹਿ ਲਓ, ਸੋਟ ਕਹਿ ਲਓ। ਇਹ ਤਾਂ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇਹ ਤਾਂ ਜਿਹਨੂੰ ਅੱਡ ਧਰਮ ਨੂੰ ਸਿਆਸਤ ਦੇ ਵਿੱਚ ਨਹੀਂ ਆਉਣ ਦਿੱਤਾ। ਤੁਸੀਂ ਮਹਾਰਾਜ ਦੀਆਂ ਲੜਾਈਆਂ ਦੇਖ ਲਓ, ਗੁਰੂ ਤੇ ਇਹਨਾਂ ਦੇ ਨਾਲ ਇਹਨਾਂ ਦੇ ਕਿੰਨੇ ਮੁਸਲਮਾਨ ਇਹਨਾਂ ਦੇ ਸੀਗੇ, ਮਸਜਿਦ ਬਣਵਾ ਕੇ ਦਿੱਤੀ। ਉਹ ਜੀ ਵੀ ਇਟ ਇਜ਼ ਨੋਨ ਐਜ਼ ਗੁਰੂ ਕੀ ਮਸਜਿਦ, ਜਿਹੜੀ 6ਵੇਂ ਮਹਾਰਾਜ ਨੇ ਬਣਵਾ ਕੇ ਦਿੱਤੀ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਅਗਰ ਇਹਨਾਂ ਨੂੰ ਬਚਾਉਣਾ ਹੈ SGPC ਨੂੰ, ਇਹਨਾਂ ਨੂੰ ਨਰੋਲ ਜਿਹਨੂੰ ਕਹਿਣਾ ਗੁਰਦੁਆਰਿਆਂ ਦੀ ਸੰਭਾਲ ਪ੍ਰਚਾਰ ਇਹ ਕਰਨਾ ਚਾਹੀਦਾ ਹੈ। ਅਤੇ ਉਹ ਨਹੀਂ ਕਰਨਾ ਚਾਹੀਦਾ ਵੀ ਵੋਟ ਕਿਹਨੂੰ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ। ਇਹ SGPC ਦਾ ਕੰਮ ਨਹੀਂ। ਮੈਂ ਇੱਕ 2014 ਦੀ ਤੁਹਾਨੂੰ ਖਬਰ ਦੱਸ ਦਿੰਦਾ, ਟ੍ਰਿਬਿਊਨ ਦੇ ਵਿੱਚ ਇੱਕ ਖਬਰ ਨਿਕਲੀ ਸੀ ਕਿ ਕੀ SGPC ਸਿੱਖ ਉਮੀਦਵਾਰ ਨੂੰ ਵੋਟ ਪਾਏਗੀ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰ ਰਹੇ ਹੋ, 2014 ਦੀ ਇਲੈਕਸ਼ਨ। ਹਾਂ, ਉਦੋਂ ਇਹਨਾਂ ਦੀ ਅਤੇ ਜੈਤਲੇ ਸਾਹਿਬ ਦੀ ਸੀ, ਇਹਨਾਂ ਦੀ ਸੀ। ਉਸ ਵੇਲੇ ਮੈਂ ਦੋਨਾਂ ਨਾਂ ਨਹੀਂ ਲਿਆ, ਮੈਂ ਤਾਂ ਸਿਰਫ ਸਿੱਖ ਵੀ ਕੀ ਇਹ ਸਿੱਖ ਨੂੰ ਵੋਟ ਪਾਏਗੀ। ਸੋ ਜੇ ਇਹਨਾਂ ਦਾ ਧਰਮ, ਇਹਦਾ ਭਾਵ ਇਹ ਹੈ ਕਿ ਉਸ ਵੇਲੇ ਧਰਮ ਇੱਕ ਤਰੀਕੇ ਨਾਲ ਖੁੱਲ੍ਹਾ ਇੱਕ ਸਿੱਖ ਉਮੀਦਵਾਰ ਦੇ ਖਿਲਾਫ ਸਮਝੋ ਭੁਗਤਿਆ। ਬਾਗੜੀ ਸਾਹਿਬ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਸਿਆਸਤ ਤੋਂ ਪਾਸੇ ਰਹਿਣਾ ਚਾਹੀਦਾ ਨਾ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਉਸ ਗੱਲ ਦੇ ਵਿੱਚ ਉਹ ਕਰਦੇ ਪਏ ਹੋ ਕਿ SGPC ਨੂੰ ਫੈਸਲਾ ਕਰ ਲੈਣਾ ਚਾਹੀਦਾ ਸੀਗਾ ਵੀ ਸਿੱਖ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣੀ ਚਾਹੀਦੀ ਨਹੀਂ। ਜੇ ਉਹੀ ਮੈਂ ਕਹਿੰਦਾ ਨਾ, ਫਿਰ ਉਹ ਇਹ ਸਿੱਖ, ਜੇ ਇਹ ਸਿੱਖ ਹੈ, ਇਹਨਾਂ ਨੂੰ ਇੰਟਰਸਟ ਹੈ ਇਹਨਾਂ ਦਾ, ਅਤੇ ਫਿਰ ਇਹਨਾਂ ਨੂੰ ਵੋਟ ਪਾਉਣੀ ਚਾਹੀਦੀ ਸੀ। ਸਿੱਖ ਨੂੰ ਵੋਟ ਪਾਉਂਦੇ, ਫੈਸਲਾ ਕਰਨਾ ਚਾਹੀਦਾ ਸੀ, ਸਿੱਖ ਨੂੰ ਵੋਟ ਪਾਉਂਦੇ। ਸਿੱਖ ਆਰਗੇਨਾਈਜੇਸ਼ਨ ਹੈ। ਉਦੋਂ ਤੁਸੀਂ ਚਾਹੁੰਦੇ ਵੀ ਸਿਆਸਤ ਕਰਨ ਇਹ? ਕਿਸ ਤਰ੍ਹਾਂ? ਉਦੋਂ ਤੁਸੀਂ ਚਾਹੁੰਦੇ ਸੀ ਵੀ ਇਹ ਸਿਆਸਤ ਕਰਨ ਇਹ SGPC ਵਾਲੇ? ਕੈਪਟਨ ਦੀ ਗੱਲ ਨਹੀਂ, ਮੈਂ ਸਿੱਖ ਨੂੰ ਕਹਿਣਾ। ਓਕੇ, ਇਟ ਹੀ ਹੈਪਨ ਟੂ ਬੀ ਕੈਪਟਨ। ਕੋਈ ਵੀ ਖੜਾ ਹੁੰਦਾ ਸਿੱਖ ਨੂੰ ਵੋਟ ਪਾਉਂਦੇ। ਸਿੱਖ ਆਰਗੇਨਾਈਜੇਸ਼ਨ ਹੈ।
ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਬਾਅਦ ਵਾਪਸ ਆਵਾਂਗੇ। ਸਵਾਲ ਬਰਾਬਰਤਾ ਦਾ, ਸਰਬੱਤ ਦੇ ਭਲੇ ਦਾ। ਜਦੋਂ ਬਰਾਬਰਤਾ ਦਾ ਸਵਾਲ ਹੁੰਦਾ ਤੇ ਗੁਰਦੁਆਰਾ ਪ੍ਰਬੰਧਨ ਦੇ ਵਿੱਚ ਬਰਾਬਰਤਾ ਦਾ ਸਵਾਲ ਇੱਥੇ ਆ ਕੇ ਖੜਾ ਹੁੰਦਾ ਕਿ ਜਿਸ ਤਰੀਕੇ ਨਾਲ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ, ਅਲੱਗ-ਅਲੱਗ ਸ਼ਮਸ਼ਾਨ ਘਾਟ ਇਹ ਬਣੇ ਹੋਏ ਆ, ਇਹਨਾਂ ਨੂੰ ਇੱਕ ਕਿਉਂ ਨਹੀਂ ਕੀਤਾ ਜਾ ਸਕਿਆ? ਇਹ ਬਹੁਤ ਅਹਿਮ ਸਵਾਲ ਹੈ। ਤੇ ਜਦੋਂ ਬਰਾਬਰਤਾ ਦੀ ਗੱਲ ਹੁੰਦੀ ਹੈ, ਅਸੀਂ ਇਹ ਸਵਾਲ ਛੱਡ ਕੇ ਫਿਰ SGPC ਨੂੰ ਜੇ 100 ਸਾਲਾਂ ਦੇ ਇਤਿਹਾਸ ਨੂੰ ਪਰਖਾਂਗੇ ਜਾਂ ਤੇ ਸਵਾਲ ਕਰਾਂਗੇ, ਸ਼ਾਇਦ ਸਾਡੇ ਸਵਾਲ ਅਧੂਰੇ ਹੋਣਗੇ। ਵਾਪਸ ਆ ਕੇ ਇਹ ਸਵਾਲ ਹੋਵੇਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਕਰੀਬਨ 10 ਅਰਬ ਰੁਪਏ ਦਾ ਬਜਟ ਹੈ, ਜੋ ਇਹ ਕਿਹਾ ਜਾਂਦਾ ਹੈ ਕਿ ਤਕਰੀਬਨ 399 ਗੁਰਦੁਆਰਾ ਸਾਹਿਬਾਨ ਆ ਜਿਨ੍ਹਾਂ ਦਾ ਸੇਵਾ ਸੰਭਾਲ ਇਹਨਾਂ ਕੋਲ ਹੈ। ਇਸ ਸਭ ਦੇ ਬਾਵਜੂਦ ਬਰਾਬਰਤਾ ਵਾਲਾ ਸਵਾਲ ਬਾਕੀ ਹੈ। ਬਾਗੜੀਆ ਸਾਹਿਬ, ਇੱਕ ਗੁਰੂ ਸਾਹਿਬਾਨ ਨੇ ਤਾਂ ਕਿਹਾ ਸੀ ਬਰਾਬਰਤਾ ਹੋਣੀ ਚਾਹੀਦੀ ਹੈ। ਮੈਂ ਇਹਦੇ ਵਿੱਚ ਜਾਤ ਪਾਤ ਵਾਲਾ ਸਵਾਲ ਨਹੀਂ ਲਿਆ ਰਿਹਾ ਗਿਆ, ਕਿਉਂਕਿ ਗੁਰੂ ਸਾਹਿਬਾਨ ਨੇ ਤਾਂ ਜਾਤ ਪਾਤ ਤੋਂ ਵਰਜਿਆ ਸੀਗਾ। ਪਰ ਜਾਤ ਪਾਤ ਵਾਲਾ ਸਵਾਲ ਖੜਾ ਹੋਇਆ ਤੇ ਇਸ ਦੇ ਵਿਚਾਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੇ ਵੱਖੋ-ਵੱਖ ਸ਼ਮਸ਼ਾਨ ਘਾਟ ਦਾ ਸਵਾਲ ਬਾਕੀ ਹੈ। ਇਹ ਬਿਲਕੁਲ ਤੁਹਾਡੀ ਜਿਹਨੂੰ ਕਹਿੰਦੇ ਸਹੀ ਹੈ ਤੁਹਾਡਾ ਇਹ ਸਵਾਲ। ਮੈਂ ਇਸ ਪੁਆਇੰਟ 'ਤੇ ਆਉਣ ਨਹੀਂ ਵਾਲਾ ਸੀ ਕਿ ਗੁਰੂ ਮਹਾਰਾਜ ਨੇ ਤਾਂ ਇਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਦਾ 6 ਨੇ, 30 ਦੂਸਰੇ ਨੇ। ਜਿਸ ਵੇਲੇ ਅਸੀਂ ਰਵਿਦਾਸ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ, ਗੁਰੂ ਨਾਨਕ ਦੀ ਬਾਣੀ ਦੇ ਬਰਾਬਰ ਬਣ ਕੇ ਕਰਦੇ ਹਾਂ। ਇਹ ਜਿਹੜੀ ਇਹਨਾਂ ਨੇ ਵੰਡ ਪਾਈ ਹੈ ਨੇ, ਇਹ ਸਿਆਸਤ ਹੈ। ਇਹ ਇਹਨਾਂ ਨੂੰ ਨਹੀਂ ਸੀ ਚਾਹੀਦਾ ਇਹ ਵੀ ਇਸ ਕਿਸਮ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਨੂੰ ਇਹ ਰੈਕਗਨਾਈਜ਼ ਕਰਨ। ਇਹਦੇ ਖਿਲਾਫ ਹੋਣਾ ਚਾਹੀਦਾ ਹੈ। ਇਹਦੇ ਲਈ ਜ਼ਿੰਮੇਵਾਰ ਕੌਣ ਹੈ? SGPC। ਗੁਰਦੁਆਰਾ ਐਕਟ ਬਣਿਆ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਜਿਵੇਂ ਤੁਸੀਂ ਸਵਾਲ ਖੜੇ ਕਰਦੇ ਪਏ, ਉਹਨਾਂ ਦੇ ਵੀ ਸੰਵਿਧਾਨ ਦਾ ਮਾਮਲਾ ਉਹ ਵੀ ਖੜਾ ਹੁੰਦਾ। ਜ਼ਿੰਮੇਵਾਰ ਕੌਣ ਹੈ? ਨਹੀਂ, ਜ਼ਿੰਮੇਵਾਰ ਤਾਂ ਦੇਖੋ ਨਾ, ਪਹਿਲੀ ਚੀਜ਼ ਹੈ ਜਿਹੜੀ SGPC ਦੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹ ਹੈ ਧਰਮ ਪ੍ਰਚਾਰ। ਇੱਕ ਧਰਮ ਪ੍ਰਚਾਰ, ਇੱਕ ਜਿਹੜੀ ਸਾਡੀ ਮਰਿਆਦਾ ਹੈ ਉਹਦੀ ਪਾਲਣਾ। ਧਰਮ ਦੇ ਵਿੱਚ ਤੁਹਾਡੇ ਸਾਰੇ ਬਰਾਬਰ ਆ ਜਾਂਦੇ ਹੈ ਅਤੇ ਜਿਹੜੀ ਤੁਹਾਡੀ ਮਰਿਆਦਾ ਹੈ ਉਹਦੇ ਵਿੱਚ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਹੋ। ਜੇ ਉਸ ਵੇਲੇ ਤੁਸੀਂ ਜਿਹਨੂੰ ਕਹਿੰਦੇ ਪ੍ਰਸ਼ਾਦ ਛਕਾਉਂਦੇ ਹੋ, ਅੰਮ੍ਰਿਤ ਛਕਾਉਂਦੇ ਹੋ, ਉਸ ਵੇਲੇ ਸ਼ਾਇਦ ਤੁਹਾਨੂੰ ਨੋਟ ਕਰਤਾ ਕਿ ਨਹੀਂ ਕੀਤਾ, ਪਹਿਲਾਂ ਸਾਰਿਆਂ ਨੂੰ ਦਿੱਤੇ ਜਾਂਦੇ। ਫਿਰ ਜਿਹੜਾ ਬਾਟੇ ਦੇ ਵਿੱਚ ਬਾਕੀ ਹੁੰਦਾ ਹੈ ਉਹ ਸਾਰੇ ਜਿੰਨੇ ਛਕਣ ਵਾਲੇ ਹੁੰਦੇ ਨੇ ਉਹਨੂੰ ਦੇ ਵਿੱਚੋਂ ਸਿਪ ਕਰਦੇ ਆ। ਪਹਿਲਾਂ ਇੱਕ ਚੱਕਰ, ਫਿਰ ਵਾਪਸ ਇੱਕ ਚੱਕਰ। ਉਸ ਵੇਲੇ ਇਹ ਇੱਕ ਕਿਸਮ ਦਾ ਡੈਮੋਸਟ੍ਰੇਟਿਵ ਸੀ ਕਿ ਜਿਹੜੀ ਸਾਡੀ ਜਾਤ ਪਾਤ ਹੈ ਉਹ ਖਤਮ ਹੋ ਗਈ। ਇਸ ਚੀਜ਼ ਦੇ ਉੱਪਰ ਪਹਿਰਾ ਤਾਂ SGPC ਨੇ ਦੇਣਾ ਨਾ। ਹੁਣ ਆ ਤੁਹਾਡੇ ਇੱਥੇ ਬਣਿਆ ਤੁਹਾਡਾ ਕੀ ਹੈ ਇਹ ਪਤਾਲਪੁਰੀ, ਜਿੱਥੇ ਹੁਣ ਜਾ ਕੇ ਮਤਲਬ ਫੁੱਲ ਤਾਰਦੇ ਆ। ਹੁਣ ਉਹਦੇ ਸਾਫ਼ ਲਿਖਿਆ ਹੋਇਆ ਵੀ ਇਹ ਹਿੰਦੂ ਮਤ ਹੈ, ਮਤਲਬ ਸਿੱਖ ਮਤ ਨਹੀਂ ਹੈ। ਤੁਸੀਂ ਕਿਤੇ ਇਹਨੂੰ ਫੁੱਲ ਪ੍ਰਵਾਹ ਕਰੋ। SGPC ਉੱਤੇ ਪਿੱਛੇ ਜੇ ਕਹਿੰਦੇ ਅਸੀਂ ਇੰਨੇ ਉਹਦੇ ਘਰ ਦੀ ਉੱਥੇ ਬਣਾਉਣੀ ਹੈ ਸਰਾਂ, ਅਤੇ SGPC ਜ਼ਿੰਮੇਵਾਰ ਹੈ। ਜਿਹੜੀ ਤੁਹਾਡੀ ਮਰਿਆਦਾ ਔਰ ਧਰਮ ਦੇ ਅਸੂਲ ਨੇ ਉਹਨਾਂ ਨੂੰ ਲਾਗੂ ਕਰਨਾ, ਉਹਨਾਂ 'ਤੇ ਪਹਿਰਾ ਦੇਣਾ, ਇਹ ਤਾਂ SGPC ਦਾ ਕੰਮ ਹੈ। ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਬਾਗੜੀ ਸਾਹਿਬ। ਜਦੋਂ ਤੁਸੀਂ ਮਰਿਆਦਾ ਜ਼ਿਕਰ ਕਰਦੇ ਹੋ, ਸਾਰੇ ਜਿਹੜੇ ਸਾਡੇ ਤਖਤ ਹੈ ਉੱਥੇ ਇੱਕੋ ਮਰਿਆਦਾ? ਸਾਰੇ ਨਹੀਂ ਹੋ ਸਕੇ, ਕਿਉਂਕਿ ਜਿਹੜੇ ਬਾਹਰਲੇ 2 ਤਖਤ ਨੇ ਇਹ ਇਹਨਾਂ ਦੇ ਡੇਰੇਦਾਰਾਂ ਦੇ ਔਰ ਮਹੰਤਾਂ ਦੇ ਕਾਬੂ ਸੀਗੇ, ਨੰਦੇੜ ਔਰ ਇਹ ਪਟਨਾ ਸਾਹਿਬ। ਉਹਦੇ ਉੱਪਰ ਇਹ ਲਾਗੂ ਨਹੀਂ, ਇੱਥੇ ਲਾਗੂ ਹੈ ਤਿੰਨਾਂ 'ਚ। ਨਹੀਂ, ਉਹਨਾਂ 'ਤੇ ਕਿਉਂ ਨਹੀਂ ਲਾਗੂ? ਉੱਥੋਂ ਦਾ ਇੰਟਰਸਟ ਸੀ ਕੁਛ ਇਹੋ ਜਿਹਾ ਬਣਿਆ ਹੋਇਆ, ਉੱਥੇ ਇਹ ਲਾਗੂ ਹੋ ਨਹੀਂ ਸਕੇ। ਪਹਿਲੀ ਗੱਲ ਤਾਂ ਇਹ ਕਿ ਬਹੁਤ ਦੂਰ ਸੀ ਉਦੋਂ, ਕਿਉਂਕਿ ਜਦੋਂ SGPC ਬਣੀ ਉਹ ਤਾਂ ਸਾਰਾ ਪੰਜਾਬ ਹੀ ਇੱਥੇ ਸੀਗਾ, ਸਾਰਾ ਸਿੱਖ ਵੀ ਇੱਥੇ ਹੀ, ਸਾਡੀ 90% ਦੇ ਕਰੀਬ ਆਬਾਦੀ ਵੀ ਇੱਥੇ ਸੀ, ਸਾਰੇ ਗੁਰਦੁਆਰੇ ਇੱਥੇ ਸੀ। ਉੱਥੇ ਇਹ ਇੰਪਲੀਮੈਂਟ ਹੋ ਨਹੀਂ ਸਕੀ। ਲੇਕਿਨ ਜਿਹੜਾ ਐਲੀਮੈਂਟ ਸੀ ਸੁਸਾਇਟੀ ਦੇ ਵਿੱਚ ਸਾਡੇ ਖਿਲਾਫ, ਉਹ ਉਹਨਾਂ ਨੇ ਉਦੋਂ ਤੋਂ ਹੀ ਉਹਦੇ ਉੱਪਰ ਆਪਣਾ ਇਹ ਰੱਖਿਆ ਹੈ। ਲੇਕਿਨ ਇੱਥੇ ਤਾਂ ਇਹਨਾਂ ਨੂੰ ਇਹ ਕਰਨਾ ਚਾਹੀਦਾ। ਇਹਦੇ ਪਤਾਲਪੁਰੀ ਦਾ ਕੀ ਮਤਲਬ ਹੈ? ਨਹੀਂ, ਉਹ ਵੀ ਸਿਆਸਤ ਹੈ। ਜੇ ਸਾਰੀ ਮਰਿਆਦਾ ਇੱਕ ਨਹੀਂ ਹੋ ਸਕੀ, ਉਹ ਇਸ ਸਿਆਸਤ ਤੋਂ ਬਾਹਰ ਹੈ। ਉਹ ਹੈਗੀ ਹੈ ਜਿਹੜੀ ਐਂਟੀ ਸਿੱਖ ਸਿਆਸਤ ਹੈ, ਉਹਦਾ ਤਰਕ ਹੈ। ਹੁਣ ਆ ਜਿਹੜਾ ਭਗਵਾਂ ਕਰ ਰਹੇ ਨੇ ਉਹਨੇ ਤਾਂ ਸਿੱਖ ਧਰਮ ਦੇ ਉੱਪਰ ਸਿੱਧਾ ਅਟੈਕ ਹੈ। ਜਿਹੜੇ ਤੁਹਾਡੇ ਹੈਗੇ ਨੇ ਰੰਗ ਅਪਰੂਵਡ ਮਰਿਆਦਾ ਦੇ ਵਿੱਚ, ਉਹ ਹਨ ਬਸੰਤੀ ਔਰ ਸੁਰਮਈ।
ਲੇਕਿਨ ਹੁਣ ਜਦੋਂ ਦੇ ਅਕਾਲੀ ਦਲ ਨੇ SGPC ਆਪਣੀ ਕੁਰਸੀ ਵਾਸਤੇ ਗਹਿਣੇ ਰੱਖੀ ਹੈ, ਹੁਣ ਇੱਥੇ ਭਗਵਾਂ ਚੱਲ ਪਿਆ। ਨਹੀਂ ਹੁਣ ਤਾਂ ਅਕਾਲੀ ਦਲ, ਫਿਰ ਤੁਸੀਂ ਅਕਾਲੀ ਦਲ ਤੇ ਆ ਗਏ। ਹੁਣ ਤਾਂ ਅਕਾਲੀ ਦਲ ਨੇ ਹੁਣ ਤਾਂ ਅਕਾਲੀ ਦਲ ਹੈ ਹੀ ਕੋਈ ਨਹੀਂ। ਨਹੀਂ, ਅਕਾਲੀ ਦਲ ਨੇ ਛੱਡਤਾ, ਹੁਣ ਭਾਈਵਾਲੀ ਛੱਡਤੀ ਹੈ। ਹੁਣ ਭਗਵਾ ਮੈਂ ਤਾਂ ਕਹਿਣਾ ਮੈਂ ਜੇ ਤੁਸੀਂ ਕਹਿੰਦੇ ਭਗਵਾ ਕਰਨ ਆ ਚੁੱਕਾ। ਹਾਂ, ਹੁਣ ਮੈਂ ਤਾਂ ਹੀ ਤਾਂ ਕਿਹਾ ਵੀ ਉਹਨੂੰ ਤਾਂ ਛੁਡਾ ਕੇ ਲਿਆਓ। ਮੈਂ ਤਾਂ ਲਿਖਿਆ ਹੋਇਆ ਵੀ ਜਿਹੜੀ ਗਹਿਣੇ ਧਰਿਆਂ ਨੂੰ ਛੁਡਾਓ। ਤੁਹਾਨੂੰ ਹਜੇ ਵੀ ਲੱਗਦਾ ਵੀ ਗਹਿਣੇ ਧਰੀ? ਹਾਂ, ਉਹ ਤਾਂ ਗਹਿਣੇ ਤਾਂ ਹੀ। ਤੁਸੀਂ ਦੱਸੋ, ਮੈਨੂੰ ਦੱਸੋ, ਅਕਾਲ ਤਖਤ ਇਹਨਾਂ ਨੇ SGPC ਨੇ ਅਜੇ ਤੱਕ ਜਿਹੜੀ 84 ਦਾ ਇੰਨਾ ਵੱਡਾ ਦੁਖਾਂਤ ਹੋਇਆ, ਉਹਦੀ ਮੈਮੋਰੀਅਲ ਕਿਉਂ ਨਹੀਂ ਬਣਾਇਆ? ਉਹ ਇਹਨਾਂ ਨੇ ਬਣਾਉਣਾ ਸੀ, SGPC ਨੇ ਔਰ ਅਕਾਲੀ ਦਲ ਨੇ, ਕਿਉਂ ਨਹੀਂ ਬਣਾਇਆ? ਉਹਦੇ 'ਚ ਵੀ ਸਿਆਸਤ ਹੈਂ? ਉਹਦੇ 'ਚ ਵੀ ਸਿਆਸਤ ਕੋਈ ਨਾ ਕੋਈ ਤਾਂ ਸਿਆਸਤ ਹੈ, ਕਿਉਂ ਨਹੀਂ ਬਣਾਇਆ? ਦੱਸਣ। ਕਿੰਨਾ ਵੱਡਾ ਨੁਕਸਾਨ ਹੋਇਆ, ਜਲਿਆਂਵਾਲੇ ਬਾਗ ਦਾ ਵੀ ਤਾਂ ਹੋਇਆ ਨਾ, ਉੱਥੇ ਬਣਾਇਆ, ਐਡਾ ਵੱਡਾ ਮੈਮੋਰੀਅਲ ਬਣਾਇਆ। ਅਤੇ ਇੱਥੇ ਤਾਂ ਅਣਗਿਣਤ ਨੇ, ਔਰ ਅਕਾਲੀ ਇੱਕ ਵੀ ਨਹੀਂ ਕਿਸੇ ਚੀਜ਼ ਨੂੰ ਕਹਿੰਦੇ, ਚੀਚੀ ਨੂੰ ਸੱਟ ਵੀ ਨਹੀਂ ਲੱਗੀ। ਕਿੱਥੇ ਜਿਹੜੇ ਇਹਦੇ ਮੁੰਤਜ਼ਮ ਸੀਗੇ, ਉਹ ਕਿੱਥੇ ਸੀਗੇ? ਇਹ ਪੋਲੀਟਿਕਸ ਧਰਮ ਦੇ ਉੱਪਰ ਹਾਵੀ ਹੋ ਗਈ। ਧਰਮ ਨੂੰ ਸਿਆਸਤ ਵਾਸਤੇ ਇਹ ਵਰਤਣ ਲੱਗ ਗਏ। ਧਰਮ ਨੂੰ ਸਿਆਸਤ ਵਾਸਤੇ ਇੱਕ ਪੌੜੀ ਵਰਤੀ ਜਾ ਰਹੀ ਹੈ। ਇਹ ਜਿਹੜੀ ਚੀਜ਼ ਹੈ, ਜਿੰਨੀ ਦੇਰ ਅਸੀਂ ਧਰਮ ਨੂੰ ਸਿਆਸਤ ਤੋਂ ਆਜ਼ਾਦ ਨਹੀਂ ਕਰਾਉਂਦੇ, ਉਨੀ ਦੇਰ ਸਾਡੀ SGPC ਜਿਹੜੀ ਹੈ ਉਹ ਠੀਕ ਨਹੀਂ ਚੱਲ ਸਕਦੀ। ਔਰ SGPC ਤੋਂ ਹੀ ਹੋਣਾ ਚਾਹੀਦਾ। ਪਹਿਲੀ ਚੀਜ਼ ਤਾਂ ਇਹ ਹੈ, ਜਿਹੜੇ ਵੋਟਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਕਿਸੇ ਵੀ ਬੰਦੇ ਨੂੰ ਇਹ ਸਮਝ ਕੇ ਨਾ ਜੀ ਇਹ ਫਲਾਣੇ ਆਦਮੀ ਦਾ ਹੈਗਾ ਚੇਲਾ, ਫਲਾਣੇ ਦਾ ਹੈ, ਪਹਿਲਾਂ ਉਹ ਦੇਖਣ ਇਹ ਗੁਰਸਿੱਖ ਹੈ, ਗੁਰਸਿੱਖੀ ਦੀ ਮਰਿਆਦਾ ਰੱਖਦਾ ਹੈ, ਗੁਰਸਿੱਖੀ ਦੇ ਅਸੂਲਾਂ ਨਾਲ ਚੱਲੇਗਾ। ਸਾਨੂੰ ਉੱਥੇ ਗੁਰਸਿੱਖ ਚਾਹੀਦੇ ਨੇ, ਪੋਲੀਟੀਸ਼ੀਅਨ ਨਹੀਂ ਚਾਹੀਦੇ। ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਥੱਲਿਓਂ ਚਲਾਉਣੀਆਂ ਪੈਣਗੀਆਂ। ਇਹ ਬਹੁਤ ਜਿਹਨੂੰ ਕਹਿੰਦੇ ਨੇ, ਇਹਨਾਂ ਨੇ ਸਿਆਸਤ ਵਾਲਾ ਲਾ ਕੇ ਇੰਨਾ ਜ਼ਿਆਦਾ ਇਹਦੇ 'ਚ ਕੀਤਾ। ਦਿੱਲੀ ਸਰਕਾਰ ਚਾਹੇ ਕਾਂਗਰਸ ਦੀ ਹੈ, ਚਾਹੇ BJP ਦੀ ਹੈ, ਉਹ SGPC ਨੂੰ ਬਹੁਤੇ ਤਕੜਾ ਨਹੀਂ ਹੋਣ ਦਿੰਦੇ। ਅਕਾਲੀ ਦਲ ਦੇ ਜਿਹੜੇ 2 ਸੰਵਿਧਾਨ ਬਣੇ ਹੋਏ ਨੇ, ਉਹ ਕਾਂਗਰਸ ਵੇਲੇ ਵੀ ਸੀ, ਹੁਣ ਵੀ ਸੀ। ਉਹਨਾਂ ਨੂੰ ਸੂਟ ਕਰਦਾ ਹੈ, ਜਿਹਨੂੰ ਕਹਿੰਦੇ ਪੰਜਾਬੀ ਦੀ ਕਹਾਵਤ ਹੈ, ਗੰਦਲ 14 ਉਹਨਾਂ ਨੂੰ ਸੂਟ ਕਰਦੀ ਹੈ। ਉਹ ਸਾਨੂੰ ਇੱਥੇ ਲੜਾਈ ਜਾਂਦੇ ਨੇ, ਅਸੀਂ ਲੜੀ ਜਾਂਦੇ ਹਾਂ, ਅਤੇ ਅੱਧੇ ਉੱਧਰ ਹੋ ਜਾਂਦੇ, ਅੱਧੇ ਉੱਧਰ ਹੋ ਜਾਂਦੇ ਹਾਂ। SGPC ਨੂੰ ਬਚਾਉਣ ਦਾ ਤਾਂ ਇੱਕੋ ਹੀ ਤਰੀਕਾ ਹੈ ਵੀ ਜਿਹੜੇ ਇੱਥੇ ਬੰਦੇ ਜਾਣ, ਉਹ ਸਿਆਸਤ ਦੇ ਵਿੱਚ ਹਿੱਸਾ ਨਾ ਲੈਣ। ਔਰ SGPC ਦਾ ਬੰਦਾ ਕੋਈ ਵੀ ਸਿਆਸਤ ਨਾਲ ਅੰਦਰੂਨੀ ਤੌਰ 'ਤੇ ਠੀਕ ਹੈ, ਤੁਸੀਂ ਕਾਂਗਰਸੀ ਹੋ ਜਾਓ, ਤੁਸੀਂ BJP ਦੇ ਹੋ ਜਾਓ, ਤੁਸੀਂ ਕੋਈ ਹੋ ਜਾਓ, ਲੇਕਿਨ ਉਹ ਪਾਰਟੀ ਮੈਨ ਉੱਥੇ ਕੰਮ ਨਾ ਕਰੇ, ਐਜ਼ ਸਿੱਖ ਕੰਮ ਕਰੇ। ਜਿੰਨੀ ਦੇਰ ਅਸੀਂ ਇਹ ਮਨ ਦੇ ਵਿੱਚ ਅਸੀਂ ਫਰਕ ਨਾ ਪਾ ਨਹੀਂ ਜੇ ਇਹਨੂੰ ਦੂਰ ਕਰ ਸਕਦੇ, ਉਨੀ ਦੇਰ ਸਾਨੂੰ SGPC ਨੂੰ ਸਾਨੂੰ ਬਚਾਉਣਾ ਬਹੁਤ ਔਖਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਜੇ ਇੱਕ ਹੋ ਜਾਊਗਾ, ਤੇ ਫਿਰ ਤੁਹਾਨੂੰ ਲੱਗਦਾ ਵੀ SGPC ਹੈ ਜਿਹੜਾ ਉਹਨਾਂ ਦਾ ਮਕਸਦ ਹੈ, ਜਿਹੜਾ ਮੰਤਵ ਹੈ, ਜਿਹਦੇ ਲਈ ਬਣੀ ਆ ਉਹਦੀ ਤੁਸੀਂ ਦੱਸੋ ਨਾ। ਮੈਂ ਸਵਾਲ ਪਾਉਣਾ ਵੀ ਕੀ ਕੋਈ ਵੀ ਜਿਹਨੂੰ ਕਹਿੰਦੇ ਨੇ ਧਰਮ ਵਾਲਾ ਬੰਦਾ, ਜੇ ਕੋਈ ਵੀ ਚਲੋ ਮੰਦਰ ਦੀ ਕਮੇਟੀ ਦੇ ਵਿੱਚ, ਉਹ ਕਬੂਲ ਕਰਨਗੇ ਕਿ ਐਸੀ ਕਮੇਟੀ ਬਣ ਜਾਏ ਜਿਹਦੇ ਵਿੱਚ ਨਾਨ ਹਿੰਦੂ ਮੈਂਬਰ ਹੋਵੇ? ਇਟ ਇਟਸ ਏ ਪਿਓਰਲੀ ਸਿੱਖ ਬੋਡੀ। ਇਹਨੂੰ ਤੁਸੀਂ ਸਿਆਸਤ, ਹੁਣ ਇਹਨਾਂ ਦੇ ਵਿੱਚ ਜਿਹੜੇ ਅਕਾਲੀ ਦਲ ਨੇ, ਉਹਨਾਂ ਦੇ ਵਿੱਚ ਤਾਂ ਸਾਰੇ ਹੀ ਨੇ, ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਈਸਾਈ ਵੀ ਨੇ, ਸਭ ਕੁਛ ਨੇ। ਉਹ ਗੁਰਦੁਆਰਿਆਂ ਦੀ ਕੰਟਰੋਲ 'ਚ ਕਿਵੇਂ ਕਰ ਸਕਦੇ? ਉਹ ਨਹੀਂ ਮਨਜ਼ੂਰ ਤੁਹਾਨੂੰ। ਗੁਰਦੁਆਰਾ ਦਾ ਕੰਟਰੋਲ ਰਹਿਣਾ ਸਿੱਖਾਂ ਕੋਲ। ਗੁਰਦੁਆਰੇ ਦੇ ਵਿੱਚ ਜੋ ਮਰਜ਼ੀ ਆਏ, ਗੁਰਦੁਆਰੇ ਵਿੱਚ ਜਾਣ ਦੀ ਕੋਈ ਰੋਕ ਨਹੀਂ, ਇੱਕ ਕੰਟਰੋਲ ਸਾਡੇ ਹੱਥ 'ਚ ਆਉਣਾ ਚਾਹੀਦਾ। ਇਹ ਜਿਹੜੀ ਜ਼ਰੂਰੀ ਹੈ, ਇਸ ਚੀਜ਼ ਨੂੰ ਜਿਵੇਂ ਵੀ ਲਾਗੂ ਕਰਨਾ। ਅਸੀਂ ਗੁਰੂ ਮਹਾਰਾਜ ਦੇ ਦਰ 'ਤੇ ਆਏ ਨੂੰ ਕਿਸੇ ਨੂੰ ਰੋਕਣਾ ਨਹੀਂ। ਜੇ ਰੋਕਾਂਗੇ ਤਾਂ ਅਸੀਂ ਗੁਰੂ ਦੇ ਕਹੇ ਦਾ ਅਪਮਾਨ ਕਰਾਂਗੇ। ਲੇਕਿਨ ਦੂਜੇ ਪਾਸੇ ਇਹ ਹੈ ਵੀ ਇਹਦੀ ਮੈਨੇਜਮੈਂਟ ਦੇ ਵਿੱਚ ਗੈਰ ਸਿੱਖ ਦਾ ਆਉਣਾ, ਇਹ ਇੱਕ ਨਾਕਾਬਲੇ ਬਰਦਾਸ਼ਤ ਚੀਜ਼ ਹੈ। ਮਹੰਤ ਹਜੇ ਵੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪੁਜਾਰੀਵਾਦ ਹਜੇ ਵੀ ਹੈਗਾ? ਉਹ ਪੁਜਾਰੀਵਾਦ ਦੀ ਸ਼ਕਲ ਬਣਦੀ ਜਾਂਦੀ ਹੈ। ਉਹਦੀ ਵਜ੍ਹਾ ਇਹ ਹੈ, ਅਸੀਂ ਲੋਕ ਜਿਹੜੇ ਅਸੀਂ ਸ਼ਹਿਰ 'ਚ ਰਹਿੰਦੇ ਹਾਂ, ਅਸੀਂ ਪਾਠ ਨਹੀਂ ਕਰਦੇ। ਅਸੀਂ ਜਦ ਪਾਠ ਨਹੀਂ ਕਰਦੇ, ਪੰਜਾਬੀ ਨਹੀਂ ਪੜ੍ਹਦੇ, ਪਾਠ ਨਹੀਂ ਕਰਦੇ, ਅਸੀਂ ਭਾਈ ਜੀ ਨੂੰ ਬੁਲਾਉਂਦੇ ਹਾਂ, ਜੀ ਇਹ ਪਾਠ ਕਰਿਓ। ਅਤੇ ਜਦੋਂ ਉਹ ਆ ਗਿਆ, ਪੁਜਾਰੀਵਾਦ ਆਪੇ ਸ਼ੁਰੂ ਹੋ ਗਿਆ। ਉਹਨੂੰ ਵੀ ਤੁਸੀਂ ਭੇਟਾ ਦੇਣੀ ਹੈ। ਸੋ ਇਹ ਪੁਜਾਰੀਵਾਦ ਆਪ ਹੀ ਬਣ ਗਿਆ। ਗੁਰੂ ਮਹਾਰਾਜ ਨੇ ਤਾਂ ਪੁਜਾਰੀਵਾਦ ਖਤਮ ਕੀਤਾ। ਉਹ ਤਾਂ ਇੱਕ ਸਧਾਰਨ ਬੰਦੇ ਨੂੰ, ਹਾਲਾਂਕਿ ਇਹ ਭਾਈ ਗੁਰਦਾਸ ਕਿਤੇ ਜ਼ਿਆਦਾ ਪੜ੍ਹੇ ਲਿਖੇ ਔਰ ਵਿਦਵਾਨ ਥੇ,
ਉਹਨਾਂ ਨੇ ਪਹਿਲਾਂ ਜਿਹਨੂੰ ਕਹਿੰਦੇ ਗ੍ਰੰਥੀ ਨਹੀਂ ਥਾਪਿਆ, ਉਹ ਇੱਕ ਸਧਾਰਨ ਬੰਦੇ ਨੂੰ ਬਾਬਾ ਬੁੱਢਾ ਜੀ ਨੂੰ ਥਾਪਿਆ, ਜ਼ਿਮੀਂਦਾਰ ਥੇ ਉਹ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਨੂੰ ਇਤਿਹਾਸ 'ਚੋਂ ਲੈ ਕੇ ਚੱਲਣੀਆਂ ਚਾਹੀਦੀਆਂ। ਇਹ ਅਸੀਂ ਇਤਿਹਾਸ ਤੋਂ ਪਾਸੇ ਹੋ ਗਏ। ਉਹ ਇਤਿਹਾਸ ਪੜ੍ਹਾਂਗੇ ਤਾਂ ਪਤਾ ਲੱਗੂ। ਅਸੀਂ ਆਪਣੀ ਲੈਂਗੁਏਜ ਹੀ ਨਹੀਂ ਪੜ੍ਹਦੇ, ਪੰਜਾਬੀ ਨਹੀਂ ਪੜ੍ਹਦੇ। ਉਹ ਪੰਜਾਬੀ ਦੇ ਅਗੇਂਸਟ ਵੀ ਇਸੇ ਕਰਕੇ ਨੇ ਵੀ ਜੇ ਪੰਜਾਬੀ ਪੜ੍ਹੋਗੇ ਤਾਂ ਤੁਸੀਂ ਗੁਰਬਾਣੀ ਪੜ੍ਹ ਲਓਗੇ, ਗੁਰਬਾਣੀ ਪੜ੍ਹ ਲਓਗੇ ਤਾਂ ਜਾਤ ਪਾਤ ਖਤਮ ਹੁੰਦੀ ਹੈ। ਤੁਸੀਂ ਇੱਕ ਹੈਗੀ ਆ ਰਿਪੋਰਟ 1911 ਦੀ ਵੀ ਇਹ ਜਿਹੜੇ ਹੈ ਕੁਛ ਜਿਹੜਾ ਐਲੀਮੈਂਟ ਹੈ ਸਿੱਖਾਂ ਦੇ ਖਿਲਾਫ ਕਿਉਂ ਹੈ, ਉਹ ਕਹਿੰਦੇ ਉਹਨੇ ਇਹ ਹੈ ਬਿਕੋਜ਼ ਦੀ ਸਿੱਖ ਗੁਰੂਜ਼ ਹੈਡ ਸਕਸੈਸਫੁਲੀ ਨੌਕਡ ਡਾਊਨ ਦੀ ਕਾਸਟ ਸਿਸਟਮ on which Hinduism is reared। ਇਹ ਅੰਗਰੇਜ਼ ਦੀ ਰਿਪੋਰਟ ਹੈ, ਇਹ ਇੰਟੈਲੀਜੈਂਸ ਦੀ, ਵੀ ਕਾਸਟ ਸਿਸਟਮ ਨੂੰ ਖ਼ਤਮ ਕੀਤਾ। ਇਹ ਜਿਹੜੀ ਚੀਜ਼ ਸੀ ਇਹ ਬਹੁਤਿਆਂ ਨੂੰ ਬਰਦਾਸ਼ਤ ਨਹੀਂ ਹੋਈ ਅਤੇ ਕਾਸਟ ਸਿਸਟਮ ਹੁਣ ਮੁੜ ਕੇ ਰੀਹੈਬਿਲੀਟੇਟ ਉਹਨਾਂ ਦੇ ਥਰੂ ਹੋ ਰਿਹਾ ਹੈ। ਕਾਸਟ ਸਿਸਟਮ ਜਾਣਬੁੱਝ ਕੇ ਰੱਖਿਆ ਜਾ ਰਿਹਾ, ਉਹਨੂੰ ਵਰਤਿਆ ਜਾ ਰਿਹਾ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗਾ, ਫਿਰ ਵਾਪਸ ਆਵਾਂਗੇ। ਹੋਰ ਸਵਾਲ ਵੀ ਹੁਣੇ ਲਾਜ਼ਮੀ ਹੈ ਬਾਗੜੇ ਸਾਹਿਬ ਨੂੰ। ਬਾਗੜੇ ਸਾਹਿਬ ਤੋਂ ਵੀ ਪੁੱਛਾਂਗੇ, ਕੋਈ ਇਹੋ ਜਿਹਾ ਪ੍ਰਧਾਨ ਜਿਨ੍ਹਾਂ ਦਾ ਕੰਮਕਾਜ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਪਸੰਦ ਆਇਆ ਹੋਵੇ, ਕੋਈ ਇਹੋ ਜਿਹਾ ਕੰਮ ਜਿਹੜਾ ਉਹਨਾਂ ਨੂੰ ਚੰਗਾ ਲੱਗਿਆ ਹੋਵੇ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਵਿੱਚ, ਸਾਡੀ ਕੌਮ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਨਹੀਂ ਕੀਤਾ ਗਿਆ। ਕੁਝ ਕੰਮ ਤਾਂ ਚੰਗੇ ਕੀਤੇ SGPC ਨੇ, ਸਾਨੂੰ ਉਸ ਨੂੰ ਪਾਸੇ ਰੱਖਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ, ਇਹ ਸਵਾਲ ਰਾਜਨੀਤੀ ਵਾਲੇ ਕਰ ਸਕਦੇ ਆ। ਪਰ ਸਾਡਾ ਸਵਾਲ ਇਹ ਹੈ ਕਿ SGPC ਦੇ 100 ਸਾਲ ਦੇ ਇਤਿਹਾਸ ਨੂੰ ਅਸੀਂ ਬਿਲਕੁਲ ਨਿਰਾਸ਼ਾਵਾਦੀ ਤੌਰ 'ਤੇ ਨਹੀਂ ਦੇਖ ਸਕਦੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। SGPC ਦੇ 100 ਸਾਲ ਹੁਣ ਤੱਕ ਹਾਸਲ ਕੀ, ਅਸੀਂ ਇਸ 'ਤੇ ਚਰਚਾ ਕਰ ਰਹੇ ਹਾਂ। ਆਖਰੀ ਹਿੱਸੇ ਵਿੱਚ ਅਸੀਂ ਬਾਗੜੇ ਸਾਹਿਬ ਸਾਡੇ ਨਾਲ ਮੌਜੂਦ ਹੈਗੇ। ਬਾਗੜੇ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਹੜੇ ਤੁਹਾਨੂੰ ਵਧੀਆ ਲੱਗੇ, ਜਿਨ੍ਹਾਂ ਦਾ ਕੰਮਕਾਜ ਤੁਹਾਨੂੰ ਪਸੰਦ ਹੈ? ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੋੜਾ ਜਿਨ੍ਹਾਂ ਨੇ 27 ਸਾਲ ਇਹਦੀ ਪ੍ਰਧਾਨਗੀ ਸਾਂਭੀ ਹੈ, ਜਾਂ ਹੁਣ ਅਸੀਂ ਕਿਰਪਾਲ ਸਿੰਘ ਵਡੂੰਗਰ, ਅਵਤਾਰ ਸਿੰਘ ਮੱਕੜ ਅਤੇ ਹੁਣ ਲੌਂਗੋਵਾਲ ਸਾਹਿਬ 'ਤੇ ਖੜ੍ਹੇ ਹਾਂ ਅਸੀਂ? ਨਹੀਂ, ਦੇਖੋ, ਇਹ ਤਾਂ ਮਾਸਟਰ ਤਾਰਾ ਸਿੰਘ ਤੋਂ ਬਾਅਦ ਫਿਰ ਹੌਲੀ ਹੌਲੀ ਡਿਕਲਾਈਨ ਸ਼ੁਰੂ ਹੋ ਗਈ। ਫਿਰ ਇਹਨਾਂ ਦਾ ਇੰਟਰਸਟ ਜਿਹੜਾ ਸੀ, ਉਸ ਤੋਂ ਪਹਿਲਾਂ ਜਿਹੜੇ ਹੋਏ ਨੇ ਉਹ ਬੜੇ ਅੱਛੇ ਰਹੇ। ਉਹਨਾਂ ਨੇ ਜੋ ਕੁਛ ਵੀ ਕੀਤਾ ਕਰਾਇਆ, ਉਹਨਾਂ ਨੇ ਸਿਆਸਤ ਨੂੰ ਧਰਮ ਦੇ ਉੱਪਰ ਇੰਨਾ ਹਾਵੀ ਨਹੀਂ ਹੋਣ ਦਿੱਤਾ। ਲੇਕਿਨ ਉਸ ਤੋਂ ਬਾਅਦ ਜਦੋਂ ਸਿਆਸਤ ਵਾਲੇ ਪਾਸੇ ਨੂੰ ਥੋੜ੍ਹਾ ਥੋੜ੍ਹਾ ਰੁਝਾਨ ਸ਼ੁਰੂ ਹੋ ਗਿਆ, ਫਿਰ ਇਹ ਜਿਹੜੇ ਸੀਗੇ ਸਾਡੇ ਪ੍ਰਧਾਨ, ਉਹਨਾਂ ਦੇ ਵਿੱਚ ਜਿਹੜਾ ਕਿਰਦਾਰ ਸੀ ਹੌਲੀ ਹੌਲੀ ਸਲਿੱਪ ਕਰਦਾ ਚਲਿਆ ਗਿਆ। ਹੁਣ ਉਹਦੇ ਵਿੱਚ ਹੁਣ ਨਾਂ ਲੈ ਕੇ ਕਿਸੇ ਨੂੰ ਕਹਿਣਾ ਵੀ ਉਹ ਠੀਕ ਨਹੀਂ, ਉਹ ਇਸ ਵੇਲੇ ਮੁਨਾਸਿਬ ਨਹੀਂ ਹੋਏਗਾ। ਤੇ ਮਾਸਟਰ ਤਾਰਾ ਸਿੰਘ ਤੋਂ ਬਾਅਦ ਮਿਸਟਰ ਟੋੜਾ, ਉਹ ਤੁਹਾਨੂੰ ਠੀਕ ਲੱਗੇ ਜਾਂ ਉਹਨਾਂ 'ਤੇ ਵੀ ਲੱਗਦਾ ਵੀ ਸਿਆਸਤ ਉਹਨਾਂ ਨੇ ਦਾਖਲ ਹੋਣ ਦਿੱਤੀ ਜਾਂ ਆਪ ਸਿਆਸਤ ਵਿੱਚ ਵੀ ਚਲੇ ਗਏ? ਉਹਦੇ ਵਿੱਚ ਇੱਕ ਇਸ ਕਿਸਮ ਦੀ ਸਿਆਸਤ ਉਹਨਾਂ ਦੇ ਵਿੱਚ ਰਲੀ ਹੋਈ ਸੀ ਕਿ ਉਹ ਦੋਨੋਂ ਪਾਸੇ ਚੱਲ ਜਾਂਦੇ ਸੀਗੇ। ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਦੇਖਿਆ ਕੀਤਾ, ਉਹ ਦੋਨਾਂ ਦਾ ਵੇਲਾ ਬੜੇ ਸੋਹਣੇ ਸੰਭਾਲ ਆਉਂਦੇ ਸੀ। ਲੇਕਿਨ ਦੂਜੇ ਪਾਸੇ ਜੇ ਦੇਖੋ ਕਿ 9 ਵਾਰੀ MP ਰਹੇ, ਇੱਕ ਵਾਰੀ ਵੀ ਉੱਥੇ ਬੋਲੇ ਨਹੀਂ। ਤੁਹਾਡੀ ਸੀਟ ਬੁੱਕ ਹੋ ਗਈ, ਇੰਨੇ ਸਾਲ ਵਾਸਤੇ ਇੰਨੀਆਂ ਸੀਟਾਂ ਰਹੀਆਂ ਉੱਥੇ, ਔਰ ਉੱਥੇ ਉਹਨਾਂ ਨੇ ਜਾ ਕੇ ਕਦੇ ਕੋਈ ਤੁਹਾਡਾ ਸਵਾਲ ਨਹੀਂ ਪੈਦਾ ਕੀਤਾ। ਹੁਣ ਉੱਥੇ ਜੇ ਇਹਨਾਂ ਦੇ ਵੇਲੇ ਆਉਣਾ ਤਾਂ ਫਿਰ ਇਹ ਫਿਰ ਅੱਗੇ ਚੱਲ ਪਓ। ਫਿਰ ਉਸ ਵੇਲੇ ਆ ਕੇ ਅਕਾਲੀ ਦਲ ਦੇ ਵਿੱਚ 2 ਵਿਚਾਰਧਾਰਾ ਹੋ ਗਈਆਂ, ਇੱਕ ਕਾਂਗਰਸ ਪੱਖੀ, ਇੱਕ BJP ਪੱਖੀ। ਉਹ ਥੋੜ੍ਹੇ ਜਿਹੇ ਲੈਫਟਿਸਟ ਸੀਗੇ ਕਿਉਂਕਿ ਪ੍ਰਜਾ ਮੰਡਲ ਦੇ ਬੰਦ ਸੀਗੇ, ਅਤੇ ਦੂਜੇ ਪਾਸੇ ਚਲੇ ਗਏ ਦੂਜੇ। ਉਹ ਹੌਲੀ 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 ਇੱਦਾਂ ਅੱਡ ਹੋ ਗਿਆ। ਜਿਸ ਵੇਲੇ 75 ਦੇ ਵਿੱਚ ਇੰਦਰਾ ਗਾਂਧੀ ਨੇ ਐਜੀਟੇਸ਼ਨ ਦੇ ਖਿਲਾਫ ਕੀਤਾ, ਉਹਦੇ ਵਿੱਚ ਉਸ ਵੇਲੇ ਵੀ ਇਹੀ ਸਵਾਲ ਸੀ। ਜਿਹੜੇ BJP ਪੱਖੀ ਸੀ ਇਹ ਨਹੀਂ ਮੰਨੇ। ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਪਤਾ, ਕਿਉਂਕਿ ਮੈਂ ਕਹਿ ਦਿੰਦਾ ਉਹ ਮੈਸੇਜ ਮੈਂ ਹੀ ਲੈ ਕੇ ਗਿਆ। ਮੈਂ ਗੁਰਚਰਨ ਸਿੰਘ ਟੋੜਾ ਕੋਲ 3 ਵਾਰੀ ਜੇਲ੍ਹ 'ਚ ਮਿਲ ਕੇ ਆਇਆ ਵੀ ਇਹ ਐਜੀਟੇਸ਼ਨ ਨਾ ਕਰੋ, ਅਤੇ ਜੋ ਕੁਛ ਮਿਲਦਾ ਬੈਠ ਕੇ ਟੇਬਲ 'ਤੇ ਲੈ ਲਓ, ਬੈਠ ਕੇ ਕਰ ਲਓ। ਇਹ ਮੈਨੂੰ ਗਿਆਨੀ ਜ਼ੈਲ ਸਿੰਘ ਨੇ ਭੇਜਿਆ ਅਤੇ ਲੇਕਿਨ ਜਦੋਂ ਉਹਨਾਂ ਨੇ ਕਿਹਾ ਵੀ ਦੂਜਿਆਂ ਨੂੰ ਵੀ ਪੁੱਛ ਲਓ, ਅਤੇ ਦੂਜੇ ਨਹੀਂ ਮੰਨੇ। ਇਹ ਚੀਜ਼ ਸਾਹਮਣੇ ਹੈ। ਇਹ ਇੱਥੇ ਆ ਕੇ ਫਿਰ ਇਹ ਸਿਆਸਤ ਜਿਹੜੀ ਸੀ ਇਹ ਜ਼ਾਹਰ ਹੋ ਗਈ, ਹੋਣੀ ਸ਼ੁਰੂ ਹੋ ਗਈ। ਇਸ ਦੇ ਨਾਲ ਫਿਰ ਸਾਡਾ ਜਿਹੜਾ ਹੈ, ਇਸ ਨੂੰ ਅਸੀਂ ਕਿਸ ਤਰੀਕੇ ਨਾਲ ਰੋਕ ਸਕਦੇ ਹਾਂ ਇਹਦੇ 'ਚ, ਕਿਉਂਕਿ
ਉਹਨਾਂ ਦੀ ਸਰਪ੍ਰਸਤੀ ਹੋ ਜਾਂਦੀ ਹੈ, ਸਰਕਾਰ ਦੇ ਬੰਦੇ ਆ ਜਾਂਦੇ ਨੇ। ਜਿਸ ਤਰ੍ਹਾਂ ਹੁਣ ਜਿਹੜੀ ਪਹਿਲੀ SGPC ਬਣੀ, ਉਹਦੇ 'ਚ ਬਹੁਤ ਸਾਰੇ ਸੀਗੇ ਐਸੇ ਨੋਮੀਨੇਟ ਕੀਤੇ ਅੰਗਰੇਜ਼ ਨੇ ਮੈਂਬਰ। 36 ਮੈਂਬਰ ਸੀਗੇ 175 ਵਿੱਚ। ਹਾਂ, ਉਹ ਇਸ ਕਰਕੇ ਉਹਨਾਂ ਨੇ ਕੀਤੇ ਵੀ ਇਹਦੇ ਵਿੱਚ ਇਹਨੂੰ ਕੰਟਰੋਲ 'ਚ ਰੱਖਿਆ ਜਾ ਸਕੇ। ਤੇ ਹੁਣ ਅਸੀਂ ਆਪ ਹੀ ਉੱਧਰ ਹੀ ਅੱਧੇ ਉੱਧਰ ਚਲੇ ਜਾਂਦੇ ਹਾਂ, ਅੱਧੇ ਉੱਧਰ ਚਲੇ ਜਾਂਦੇ ਹਾਂ, ਅਤੇ ਦਿੱਲੀ ਵਾਲਿਆਂ ਦੇ ਉੱਪਰ ਡਿਪੈਂਡ ਕਰਨ ਲੱਗ ਪੈਂਦੇ ਹਾਂ। ਸਾਨੂੰ ਤਾਂ SGPC ਉਹ ਚਾਹੀਦੀ ਹੈ ਜਿਹੜੀ ਅਕਾਲ ਤਖਤ ਨੂੰ ਸਮਰਪਿਤ ਹੋਵੇ, ਅਕਾਲ ਤਖਤ ਨੂੰ ਸਮਰਪਿਤ ਹੋਵੇ SGPC। SGPC ਵਿੱਚ ਡਿਕਲਾਈਨ ਦੀ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਮੇਰਾ ਫਿਰ ਸਵਾਲ ਉਹੀ ਹੈ, SGPC ਨੇ ਕੋਈ ਇਹੋ ਜਿਹੇ ਚੰਗੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਸੰਦ? ਦੇਖੋ, ਚੰਗੇ ਕੰਮ ਇਹ ਨੇ ਜਿਹੜੇ ਥੋੜ੍ਹੇ ਬਹੁਤ ਇਹਨਾਂ ਨੇ ਕਾਲਜ ਵਗੈਰਾ ਕੀਤੇ ਨੇ। ਹੁਣ ਪਾਕਿਸਤਾਨ ਉੱਥੇ ਉਹ ਬਣਾਈ ਹੈ, ਇੰਸਟੀਚਿਊਟ ਬਣਾਈ ਹੈ ਤੇਗ ਬਹਾਦਰ ਗੁਰੂ ਹਰਗੋਬਿੰਦ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ। ਇਹ ਤਾਂ ਇੰਸਟੀਚਿਊਟ ਜਿਹੜਾ ਇਹ ਤਾਂ ਯੂਨੀਵਰਸਿਟੀ ਐਵੇਂ ਬਹਾਦਰਗੜ੍ਹ ਦਾ ਜ਼ਿਕਰ ਕਰ ਰਹੇ ਇੱਥੇ ਨਾ ਬਹਾਦਰਗੜ੍ਹ ਬਣਾਈ ਹੈ, ਇੱਕ ਉਹ ਜਿਹੜੀ ਬਣਾਈ ਹੈ ਹਰਿਆਣੇ 'ਚ। ਹਾਂਜੀ। ਤੇ ਮੀਰੀ ਪੀਰੀ ਮਾਰੀ ਅਕੈਡਮੀ, ਇਹ ਜਿਹੜੀ ਬਣਾਈ ਹੈ ਇਹ ਤਾਂ ਐਵੇਂ ਕੋਈ ਪੜ੍ਹਿਆ ਲਿਖਿਆ ਤਾਂ ਵਾਈਸ ਚਾਂਸਲਰ ਵੀ ਨਹੀਂ ਕਦੇ ਲੱਗਿਆ। ਇਹਦੇ ਵਿੱਚ ਉਹਨਾਂ ਦੇ ਸਬਜੈਕਟ ਪੜ੍ਹੋ, ਉਹਦੇ ਵਿੱਚ ਅਖੀਰ ਜੇ ਕਿਤੇ ਜਾ ਕੇ ਆਊਗਾ ਧਰਮ ਦਾ, ਬਾਕੀ ਕੋਈ ਪੋਲੀਟਿਕਸ ਹੈ, ਇਹ ਹੈ ਉਹ ਹੈ। ਯੂਨੀਵਰਸਿਟੀ ਦਾ ਲੋੜ ਨਹੀਂ ਹੈ, ਸਾਨੂੰ ਲੋੜ ਹੈਗੀ ਹੈ ਸਕੂਲਾਂ ਦੀ। ਸਕੂਲ ਬੱਚੇ ਨੂੰ ਸਕੂਲ ਤੱਕ ਐਜੂਕੇਸ਼ਨ ਸਾਨੂੰ ਹੋਣੀ ਚਾਹੀਦੀ ਹੈ। ਉਹ ਇਹਨਾਂ ਨੂੰ ਬਲਕਿ ਚਾਹੀਦਾ ਹੈ ਜਿੰਨੇ ਇਹਨਾਂ ਦੇ ਸਕੂਲ ਨੇ ਉਹਨਾਂ ਨੂੰ ਹੋਰ ਤਕੜੇ ਕਰਨ, ਉਹਦੇ ਵਿੱਚ ਜਿਹੜੀ ਹੈ ਵੱਧ ਤੋਂ ਵੱਧ ਇਹਨਾਂ ਨੂੰ ਤਾਲੀਮ ਬੱਚਿਆਂ ਨੂੰ ਦੇਣ ਤਾਂ ਕਿ ਕਾਲਜਾਂ ਦੇ ਵਿੱਚ ਅੱਛੀ ਪੜ੍ਹਾਈ ਪਾਸ ਕਰਨ। ਨਹੀਂ, ਇੱਕ ਵਾਰ ਜ਼ਿਕਰ ਤੁਸੀਂ ਵੀ ਕਰ ਰਹੇ ਹੋ ਕਿ ਬਾਹਰਲੀਆਂ ਤਾਕਤਾਂ ਜਿਹੜੀਆਂ ਉਹ ਦਾਖਲ ਹੋ ਰਹੀਆਂ SGPC ਦੇ ਵਿੱਚ, ਉਹਨਾਂ ਨੇ SGPC ਦਾ ਇੰਨਾ ਜਿਹੜਾ ਡਿਕਲਾਈਨ ਕਰਤਾ। ਮੇਰਾ ਸਵਾਲ ਹੈ ਬਾਗੜੇ ਸਾਹਿਬ ਦੇ, SGPC ਨੂੰ ਹੁਣ ਜੇ ਉਸ ਲੀਹ 'ਤੇ ਲੈ ਕੇ ਆਉਣਾ ਹੋਵੇ ਤਾਂ ਕੀ ਕਰਨਾ ਚਾਹੀਦਾ? ਮੈਂ ਜਿਸ ਤਰ੍ਹਾਂ ਪਹਿਲੀ ਤਾਂ ਇਹੀ ਚੀਜ਼ ਹੈ ਵੀ ਡਿਊਲ ਮੈਂਬਰਸ਼ਿਪ ਬੰਦ ਹੋ ਜਾਏ। ਡਿਊਲ ਮੈਂਬਰਸ਼ਿਪ ਬੰਦ ਹੋਣੀ ਚਾਹੀਦੀ। ਹਾਂ, ਜਿਹੜਾ ਇਹਦੇ 'ਚ ਆਵੇ ਉਹ ਪੋਲੀਟਿਕਸ 'ਚ ਨਾ ਜਾਵੇ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਨਹੀਂ, ਹੁਣ ਜਿਹੜੇ ਮੈਂ ਹੁਣ ਵਾਲੀਆਂ ਪੰਥਕ ਜਿਹੜੀ ਆ ਏਕਤਾ ਹੋ ਰਹੀ ਹੈ, ਧਿਰਾਂ ਇਕੱਠੀਆਂ ਹੋ ਰਹੀਆਂ, ਇਹ ਉਹ ਕਰ ਸਕਦੀਆਂ ਜਾਂ ਇਹਦੇ ਵਿੱਚ ਵੀ ਪਿਓਰ ਪੋਲੀਟਿਕਸ ਹੈ, ਇਹਦੇ ਪਿੱਛੇ ਵੀ ਬੈਕਗਰਾਊਂਡ 'ਤੇ ਕੋਈ ਨਾ ਕੋਈ ਕੰਮ ਕਰਦਾ ਪਿਆ? ਕੋਈ ਤਾਂ ਦੱਸੋ ਨਾ ਮੈਨੂੰ, ਅਕਾਲੀ ਦਲ ਤੋਂ ਇਲਾਵਾ ਮੈਨੂੰ ਕੋਈ ਦੱਸੋ ਜਿਹੜਾ SGPC ਦਾ ਕਾਰਜਭਾਰ ਸਾਂਭ। ਦੇਖੋ ਨਾ, ਹੁਣ ਤਾਂ ਅਕਾਲੀ ਦਲ ਦਾ ਤਾਂ ਹੁਣ ਨਾਂ ਹੀ ਵਿਗੜ ਗਿਆ। ਕਿਹੜਾ ਅਕਾਲੀ ਦਲ ਕਹਿੰਦੇ ਹੋ? ਅਕਾਲੀ ਦਲ ਬਾਦਲ, ਅਕਾਲੀ ਦਲ ਢੀਂਡਸਾ, ਅਕਾਲੀ ਦਲ ਤੁਹਾਡਾ ਬ੍ਰਹਮਪੁਰਾ, ਅਕਾਲੀ ਤਾਂ ਸਾਰੇ ਹੀ ਅਕਾਲੀ ਨੇ। ਅਕਾਲੀ ਇੱਕ ਲਫ਼ਜ਼ ਹੈ, ਅਕਾਲੀ ਦਲ ਜਿਹੜਾ ਸਿੱਖ ਸਾਈਕੀ ਦੇ ਵਿੱਚ ਜੰਮਿਆ ਹੋਇਆ। ਹੁਣ ਇਹ ਸਾਰੇ ਤਾਂ ਇੱਕੋ ਥਾਂ ਹੀ ਨਿਕਲੇ, ਇੱਕੋ ਥਾਂ ਦੀ ਆਏ ਨੇ, ਇੱਕੋ ਉਮਰ ਦੇ ਨੇ ਸਾਰੇ। ਨਹੀਂ, ਹੁਣ ਤੁਹਾਨੂੰ ਕੋਈ ਨਹੀਂ ਲੱਗਦਾ ਇਹਨਾਂ 'ਚੋਂ ਵੀ ਜਿਹੜਾ ਦੇਖੋ ਇਹ ਤਾਂ ਹੁਣ ਲਿਆ ਸਕਦਾ? ਹੁਣ ਤਾਂ ਸਾਨੂੰ ਜਿਹੜੇ ਕੋ ਆਸਮੂਦਾ ਰਾ ਆਸਮੂਦਨ ਜਹਾਲ ਸ਼ੁੱਧ, ਇਹ ਸਾਡੇ ਪ੍ਰਤਿਆਏ ਹੋਏ ਨੇ ਅੱਗੇ। ਜਦੋਂ ਹੁਣ ਉਹਨਾਂ ਇੰਨੀ ਦੇਰ ਠੀਕ ਨਹੀਂ ਹੋਏ, ਹੁਣ ਇਹ ਕੀ ਕਰਨਗੇ? ਨਵੇਂ ਆਉਣੇ ਚਾਹੀਦੇ ਨੇ। ਨਹੀਂ, ਹੁਣ ਨੌਜਵਾਨ ਵੀ ਤੁਹਾਨੂੰ ਸੁਣਦੇ ਪਏ ਆ ਬਾਗੜੇ ਸਾਹਿਬ, ਉਹ ਤਾਂ ਨੌਜਵਾਨ ਆਉਣ, ਇਸ ਪਾਸੇ ਆਉਣ, ਉਹਨੂੰ ਤੁਸੀਂ ਅਕਾਲੀ ਦਲ ਨੂੰ ਜਿਹਨੂੰ ਕਹਿੰਦੇ ਕਰਨ, ਔਰ ਪੰਥ ਨੂੰ ਕਮਿਟਡ ਹੋਣ, ਫਿਰ ਤਾਂ ਗੱਲ ਬਣੇਗੀ। ਧਰਮ ਨੂੰ ਪੱਕਾ ਰੱਖ ਕੇ ਸਿਆਸਤ 'ਚ ਆ ਸਕਦੇ ਹੋ। ਇੱਕ ਧਰਮ ਜਿਹਨੂੰ ਕਹਿੰਦੇ ਨੇ ਰਾਜੇ ਦਾ ਧਰਮ ਹੋਣਾ ਚਾਹੀਦਾ, ਰਾਜ ਦਾ ਧਰਮ ਨਹੀਂ ਹੋਣਾ ਚਾਹੀਦਾ। ਇੱਕ ਬੜੀ ਬਰੀਕ ਚੀਜ਼ ਹੈ। ਹੁਣ ਤੁਹਾਡਾ ਜਿਹੜਾ ਇੰਗਲੈਂਡ ਦਾ ਡਿਫੈਂਡਰ ਆਫ ਫੇਥ ਕਹਾਂ ਦਾ, ਲੇਕਿਨ ਉਹ ਕ੍ਰਿਸਚਨ ਤਾਂ ਨਹੀਂ, ਉੱਦਾਂ ਕ੍ਰਿਸਚੈਨਿਟੀ ਨੂੰ ਤਾਂ ਨਹੀਂ ਨਾ ਉੱਦਾਂ ਪ੍ਰੋਪਗੇਟ ਕਰਦੇ। ਸਾਨੂੰ ਹੁਣ ਧਰਮ ਨੂੰ ਔਰ ਸਿਆਸਤ ਨੂੰ ਅੱਡ ਰੱਖ ਕੇ ਚੱਲਣਾ ਪਏਗਾ। ਹੁਣ ਜਿਸ ਤਰ੍ਹਾਂ ਹੁਣ ਐਜੀਟੇਸ਼ਨ ਹੋ ਰਿਹਾ, ਇਹ ਸਾਰਾ ਝਗੜਾ ਹੀ ਫੈਡਰਲ ਸਿਸਟਮ 'ਤੇ ਹੈ। ਹੁਣ ਫੈਡਰਲ ਸਿਸਟਮ 'ਤੇ ਅਗਰ ਪੰਜਾਬ ਬਚਦਾ ਹੈ, ਸਿੱਖਿਆ ਆਪੇ ਬਚਦਾ। ਇੱਥੇ ਸਾਨੂੰ ਸਿੱਖ ਮਸਲਾ ਬਣਾ ਕੇ ਨਹੀਂ ਕਰਨਾ ਚਾਹੀਦਾ। ਸਾਨੂੰ ਇਹ ਫੈਡਰਲ ਪੰਜਾਬੀ ਇਸ਼ੂ ਲੈ ਕੇ ਇਸ ਨੂੰ ਫੈਡਰਲ ਸਿਸਟਮ ਵਾਂਗੂ ਲੈਣਾ ਚਾਹੀਦਾ, ਨਾ ਕਿ ਵੀ ਇਹ ਸਿੱਖਾਂ ਨਾਲ ਧੱਕਾ। ਸਿੱਖਾਂ ਨਾਲ ਕੀ ਧੱਕਾ ਹੈ ਜੀ? ਸਾਰਿਆਂ ਨਾਲ ਹੈ। ਬਹੁਤੇ ਜ਼ਿਮੀਂਦਾਰ ਸਿੱਖ ਥੋੜ੍ਹੇ ਨੇ ਬਾਹਰ, ਜੇ ਸਾਰੇ ਇਕੱਠੇ ਕਰੋ। ਜੇ ਇੱਥੇ ਕਰੋ ਤਾਂ ਜ਼ਿਆਦਾ ਸਿੱਖ ਨੇ, ਉਹ ਇਸ ਕਰਕੇ ਸਿੱਖਾਂ ਦਾ ਬਣ ਗਿਆ। ਇਸ ਨੂੰ ਸਾਨੂੰ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਤੁਸੀਂ ਧਰਮ ਨੂੰ ਉੱਧਰ ਰੱਖੋ, ਸਿਆਸਤ ਨੂੰ ਇੱਕ ਪਾਸੇ ਰੱਖੋ। ਇਹਨਾਂ ਦਾ ਆਪਸ ਦੇ ਵਿੱਚ ਸੁਮੇਲ ਹੋਣਾ ਚਾਹੀਦਾ, ਰਲਗੱਡ ਨਹੀਂ ਹੋਣਾ ਚਾਹੀਦਾ। ਚਲੋ ਇੱਕ ਆਖਰੀ ਸਵਾਲ ਬਾਗੜੇ ਸਾਹਿਬ, ਆਪਾਂ ਹੁਣ ਚਰਚਾ ਸਮਾਪਤ ਕਰਨੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋਏ ਆ, ਮੁਬਾਰਕਬਾਦ ਤੁਸੀਂ ਕਿਹਨੂੰ ਦੇਣਾ ਚਾਹੁੰਦੇ? ਕਿਸ ਤਰ੍ਹਾਂ ਮੁਬਾਰਕਬਾਦ ਤਾਂ ਮੈਂ ਪੰਥ ਨੂੰ ਦੇਣਾ ਚਾਹੁੰਦਾ।
ਔਰ ਉਹਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਵੀ ਇਹਦੇ ਜਿਹੜੇ ਅੱਗੇ ਮੈਂਬਰ ਆਉਣ ਉਹ ਗੁਰਸਿੱਖ ਹੋਣ, ਗੁਰਸਿੱਖੀ ਨੂੰ ਕਮਿਟਡ ਹੋਣ, ਔਰ ਜਿਹੜੇ ਪੰਚ ਜਿਹੜੀਆਂ ਸਾਡੀਆਂ ਮਰਿਆਦਾ ਹੈਗੀ ਪੰਥ ਪ੍ਰਵਾਨਿਤ ਮਰਿਆਦਾ, ਜਿਸ ਨੂੰ ਬਣਾਉਣ ਵਾਸਤੇ 1 ਨਹੀਂ 2 ਨਹੀਂ 13 ਸਾਲ ਲੱਗੇ। ਉਹਦੇ ਵਿੱਚ 24 ਵਿਦਵਾਨ ਸੀਗੇ, ਔਰ ਸ਼ਾਇਦ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਉਹਨਾਂ ਦੇ ਨਾਂ 'ਚ ਸਟਾਕਟਨ ਗੁਰਦੁਆਰਾ ਜਿਹੜਾ ਹੈ ਅਮਰੀਕਾ ਦਾ, ਉਹਦੇ ਵਿੱਚੋਂ ਵੀ ਰਾਏ ਲਈ ਗਈ ਵੀ ਕਿਸ ਤਰ੍ਹਾਂ ਬਣਾਉਣਾ ਹੈ। ਉਹਨਾਂ ਨੂੰ ਨਾਲ ਲੈ ਕੇ ਔਰ ਚੱਲੇ ਨੇ। ਹੁਣ SGPC ਦਾ ਜਿਹੜਾ ਰੋਲ ਹੈ ਉਹ ਬਹੁਤ ਵੱਡਾ ਹੋ ਗਿਆ, ਕਿਉਂਕਿ 120-25 ਸ਼ਹਿਰਾਂ ਮੁਲਕਾਂ ਦੇ ਵਿੱਚ ਸਿੱਖ ਆ ਗਏ। ਹੁਣ ਸਾਨੂੰ ਇਸ ਨੂੰ ਸਿਰਫ ਨਿਰੋਲ ਸਿੱਖੀ ਔਰ ਵਿਦਿਅਕ ਪਾਸੇ ਰੱਖ ਕੇ ਸਾਨੂੰ ਆਪਣੀ ਸੁਸਾਇਟੀ ਨੂੰ, ਆਪਣੇ ਧਰਮ ਨੂੰ, ਆਪਣੇ ਪਰਿਵਾਰ ਨੂੰ ਇਸ ਪਾਸੇ ਜੋੜਨਾ ਚਾਹੀਦਾ ਹੈ। ਸਿਆਸਤ ਕੋਈ ਆਵੇ ਕੋਈ ਜਾਵੇ, ਉਸ ਨੂੰ ਨਹੀਂ ਸਾਨੂੰ ਫਰਕ ਪੈਣਾ ਚਾਹੀਦਾ। ਅਸੀਂ ਆਪਣੇ ਧਰਮ ਨੂੰ ਬਚਾਈਏ, ਆਪਣੇ ਸਮਾਜ ਨੂੰ ਬਚਾਈਏ, ਆਪਣੇ ਬੱਚਿਆਂ ਨੂੰ ਬਚਾਈਏ, ਉਹਨਾਂ ਨੂੰ ਚੰਗਾ ਪੜ੍ਹਾਈਏ। ਸਭ ਤੋਂ ਵੱਡੀ ਚੀਜ਼ ਹੈ जैसे सात मंदिर कंचन के उसार दीने, तैसा पुन सिख को एक शब्द सिखाएगा। ਇੰਨੇ ਮੰਦਰ ਸਾਜ ਬਣਾਉਣੀ, ਇੱਕ ਸ਼ਬਦ ਵੀ ਜਿਹੜਾ ਤੁਸੀਂ ਕਿਸੇ ਨੂੰ, ਸ਼ਬਦ ਤੋਂ ਭਾਵ ਹੈ ਅੱਖਰ, ਕਿਸੇ ਨੂੰ ਪੜ੍ਹਾਉਣਾ ਸਿਖਾਉਣਾ, ਉਹਦਾ ਜਿਹੜਾ ਪੁੰਨ ਹੈ ਉਹ ਮੰਦਰਾਂ ਨਾਲੋਂ ਵੀ ਜ਼ਿਆਦਾ ਹੈ। ਇਹ ਸਾਨੂੰ ਕਰਨਾ ਚਾਹੀਦਾ ਹੈ, ਇਸ ਪਾਸੇ ਚਰਨ। ਅਤੇ ਇਹਦੇ ਵਿੱਚੋਂ ਸਿਆਸਤਦਾਨ ਔਰ ਸਿਆਸਤ ਦੋਨਾਂ ਨੂੰ ਜਿੰਨੀ ਦੇਰ ਆਪਾਂ SGPC 'ਚੋਂ ਬਾਹਰ ਨਹੀਂ ਕੱਢਦੇ, ਇਹ ਜਿਹੜਾ ਇਹਦਾ ਮੰਤਵ ਹੈ ਉਹ ਸਾਡਾ ਪੂਰਾ ਨਹੀਂ ਹੋਣਾ। ਇਸ ਨੂੰ ਨਿਰੋਲ ਧਾਰਮਿਕ ਔਰ ਵਿਦਿਅਕ ਅਦਾਰਾ ਬਣਾ ਕੇ ਅਸੀਂ ਰੱਖੀਏ ਅਤੇ ਫਿਰ ਇਹਦੇ ਵਿੱਚ ਅਸੀਂ ਕਾਮਯਾਬ ਹੋ ਸਕਾਂਗੇ। ਇਹੀ ਮੇਰੀ ਰਾਏ ਹੈ, ਇਹੀ ਮੇਰੀ ਦੁਆ ਹੈ। ਚਲੋ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਬਾਗੜੇ ਸਾਹਿਬ ਤੁਹਾਡਾ। ਅਤੇ ਇਹ ਸਨ ਭਾਈ ਅਸ਼ੋਕ ਸਿੰਘ ਬਾਗੜੇ। ਇਹਨਾਂ ਤੋਂ ਅਸੀਂ ਬਹੁਤ ਸਾਰੇ ਸਵਾਲ ਲੈਣ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਇੱਕ ਮਹੱਤਵਪੂਰਨ ਸਵਾਲ ਇਹਨਾਂ ਨੇ ਕਿਹਾ ਕਿ ਸਿੱਖਿਆ ਜੋ ਸਿੱਧਾ ਸਿੱਖ ਨਾਲ ਜੁੜਦਾ ਹੈ, ਅਤੇ ਜੇ ਅਸੀਂ ਸਿੱਖਾਂਗੇ, ਸਿੱਖਿਆ ਦੇਵਾਂਗੇ ਤਾਂ ਇਤਿਹਾਸ ਆ ਜਿਹੜੇ ਹੋਰ ਬੁਲੰਦ ਹੋ ਜਾਣਗੇ, ਇਤਿਹਾਸ ਮਜ਼ਬੂਤ ਹੋ ਜਾਣਗੇ। SGPC ਦੇ 100 ਸਾਲ ਹੋਏ ਆ, ਅਤੇ ਇਹ 100 ਸਾਲਾਂ ਦੇ ਵਿਚਾਲੇ ਬਹੁਤ ਸਾਰੇ ਸਵਾਲ ਬਾਕੀ ਸੀ, ਜਿਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਮਾਗਮ ਹੈ ਜਿਹੜੇ ਸ਼ਤਾਬਦੀ ਵਰ੍ਹੇ ਦੇ ਸਾਰਾ ਸਾਲ ਚੱਲਣੇ ਆ, ਅਤੇ ਹੋਰ ਚਰਚਾਵਾਂ ਵੀ ਹੁੰਦੀਆਂ ਰਹਿਣਗੀਆਂ। ਅੱਜ ਦੀ ਚਰਚਾ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਲਿਖਣਾ। ਬਹੁਤ ਧੰਨਵਾਦ।